ਸਤਿ ਸ਼੍ਰੀ ਅਕਾਲ ਜੀ। ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਪਰਮਿੰਦਰ ਸਿੰਘ ਰਾਏਪੁਰ। ਮੇਰੇ ਨਾਲ ਨੇ ਉੱਘੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਜੀ। ਗਰਗ ਸਾਹਿਬ, ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ, ਬਹੁਤ ਬਹੁਤ। ਗਰਗ ਸਾਹਿਬ, ਜਿਵੇਂ ਲੋਕਤੰਤਰ ਦਾ ਆਪਾਂ ਸ਼ਿੰਗਾਰ ਕਹਿ ਲਓ, ਸਦਨ ਹੁੰਦੇ ਨੇ ਜੀ, ਲੋਕ ਸਭਾ ਤੇ ਰਾਜ ਸਭਾ ਸਦਨ ਨੇ। ਭਾਵੇਂ ਸਮੇਂ-ਸਮੇਂ ਤੇ ਆਪਾਂ ਦੇਖਿਆ ਕਿ ਪੋਲੀਟੀਕਲ ਜਿਹੜੇ ਬੰਦੇ ਨੇ ਇਹਨਾਂ ਦੇ ਵਿੱਚ ਬੈਠਦੇ ਨੇ, ਇਹਨਾਂ ਦੇ ਜਾ ਕੇ ਕੁਰਸੀਆਂ ਤੇ, ਉਹਨਾਂ ਨੇ ਕਾਫੀ ਮਰਿਆਦਾਵਾਂ ਦੀ ਉਲੰਘਣਾ ਵੀ ਕੀਤੀ ਹੈ। ਬਹੁਤ ਸਾਰੀਆਂ, ਚਾਹੇ ਵਿਧਾਨ ਸਭਾ ਹੋਣ, ਵਿਧਾਨ ਪਰਿਸ਼ਦਾਂ ਹੋਣ, ਲੋਕ ਸਭਾ ਹੋਵੇ, ਰਾਜ ਸਭਾ ਹੋਵੇ, ਉਹਨਾਂ ਦੇ ਵਿੱਚ ਬੈਠ ਕੇ ਕਾਫੀ ਕੁਝ ਬੋਲਿਆ ਜਾਂਦਾ, ਜਿਹਨੂੰ ਆਪਾਂ ਕਹਿ ਕਿ ਆਮ ਇਨਸਾਨ ਆਮ ਜ਼ਿੰਦਗੀ ਦੇ ਵਿੱਚ ਵੀ ਬੋਲਣਾ ਪਸੰਦ ਨਹੀਂ ਕਰਦਾ, ਲਾਇਕ ਨਹੀਂ ਕਰਦਾ। ਪਰੰਤੂ ਕੁਝ ਸ਼ਬਦ ਅਜਿਹੇ ਵੀ ਹੁੰਦੇ ਨੇ ਜਿਹੜੇ ਕਿਸੇ ਖਾਸ ਬੰਦੇ ਲਈ ਵਰਤੇ ਜਾਂਦੇ ਨੇ, ਜਿਨ੍ਹਾਂ ਨੂੰ ਆਪਾਂ ਕਹਿ ਕਿ ਧਿਰ, ਇੱਕ ਦੂਜੀ ਧਿਰ ਜਿਹੜੀ ਹੁੰਦੀ ਆ, ਉਹ ਵਿਰੋਧ ਕਰ ਦਿੰਦੀ ਹੈ, ਕਿਉਂਕਿ ਉਸ ਧਿਰ ਦੇ ਖਿਲਾਫ ਬੋਲੇ ਜਾਂਦੇ ਨੇ। ਉਹ ਅੱਜ ਕੱਲ ਮਾਮਲਾ ਜਿਹੜਾ ਚੱਲ ਰਿਹਾ ਹੈ, ਉਹ ਸਦਨ ਦੇ ਵਿੱਚ ਚੱਲਿਆ ਕਿ ਜਿਹੜੇ ਨਰਿੰਦਰ ਮੋਦੀ ਲਈ ਆਪਾਂ ਕਹਿ ਸਕਦੇ ਹਾਂ ਖਾਸ ਤੌਰ ਤੇ ਕਿ ਵਰਤੇ ਜਾਂਦੇ ਸ਼ਬਦ, ਉਹਨਾਂ ਦੇ ਉੱਤੇ ਇੱਕ ਸੂਚੀ ਜਾਰੀ ਕਰਕੇ ਉਹਨਾਂ ਨੂੰ ਗੈਰ ਸੰਸਦੀ ਸ਼ਬਦ ਘੋਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਉਹਦਾ ਕਾਂਗਰਸ ਵੱਲੋਂ, ਹੋਰ ਧਿਰਾਂ ਵੱਲੋਂ ਵੀ ਵਿਰੋਧ ਵੀ ਕੀਤਾ ਗਿਆ। ਟਵਿੱਟਰ ਤੇ ਟਵਿੱਟਰ ਆਇਆ। ਆਪਾਂ ਗੱਲ ਕਰਾਂਗੇ ਕਿ ਇਹਨਾਂ ਜਿਹੜੇ ਸ਼ਿੰਗਾਰ ਨੇ ਲੋਕਤੰਤਰ ਦਾ, ਉਹਨਾਂ ਸਦਨਾਂ ਦੀ ਮਰਿਆਦਾ ਕਿਸ ਤਰ੍ਹਾਂ ਉਲੰਘਣਾ ਹੁੰਦੀ ਹੈ ਉਹਦੀ, ਤੇ ਕਿਸ ਤਰ੍ਹਾਂ ਇਹ ਸ਼ਬਦ ਜਿਹੜੇ ਹੈਗੇ ਗੈਰ ਸੰਸਦੀ ਘੋਸ਼ਿਤ ਕਰਦੇ ਜਾਂਦੇ ਤੇ ਕਿਉਂ ਕਰ ਦਿੱਤੇ ਜਾਂਦੇ ਆ। ਦੇਖੋ ਪਰਮਿੰਦਰ ਜੀ, ਜੇ ਅਸੀਂ ਦੇਖੀਏ, ਪਹਿਲੀ ਗੱਲ ਇਹ ਹੈ ਸੰਸਦ ਦਾ ਆਜ਼ਾਦ ਤਰੀਕੇ ਨਾਲ ਕੰਮ ਕਰਨਾ, ਉਹਦੇ ਮੈਂਬਰਾਂ ਦਾ ਉੱਥੇ ਆਜ਼ਾਦੀ ਨਾਲ ਬੋਲਣਾ, ਮਰਿਆਦਾ ਚ ਭਾਵੇਂ ਬੇਸ਼ੱਕ ਰਹਿੰਦੇ ਹੋਏ। ਇਸ ਤੋਂ ਬਗੈਰ ਸਾਡੇ ਦੇਸ਼ ਦਾ ਰਾਜਤੰਤਰ ਚੱਲ ਨਹੀਂ ਸਕਦਾ, ਨਾ ਸਾਡਾ ਦੇਸ਼ ਇਕੱਠਾ ਰਹਿ ਸਕੇ ਜੀ। ਔਰ ਸੁਪਰੀਮ ਕੋਰਟ ਤੱਕ ਨੇ ਕਿਹਾ ਕਿ ਬੋਲਣ ਦੀ ਜਿਹੜੀ ਖੁੱਲ੍ਹ ਹੈ, ਵਿਚਾਰਾਂ ਦੀ ਜਿਹੜੀ ਖੁੱਲ੍ਹ ਹੈ, ਇਹ ਹੀ ਇੱਕ ਵੱਡੀ ਗਰੰਟੀ ਹੈ ਕਿਸੇ ਰਾਜਤੰਤਰ ਦੇ ਜੀਵੰਤ ਹੋਣ ਦੀ ਤੇ ਉਹਨੂੰ ਚੱਲਦੇ ਰੱਖਣ ਦੀ। ਉਹ ਤਾਂ ਆਮ ਲੋਕਾਂ ਵਾਸਤੇ ਵੀ ਕਿਹਾ। ਸਾਡੇ ਜਿਹੜੇ ਸਦਨ ਨੇ, ਇਹਨਾਂ ਵਿੱਚ ਤਾਂ ਜੋ ਵੀ ਕਿਹਾ ਜਾਵੇ ਉਹ ਤੇ ਨਾ ਤਾਂ ਕੋਈ ਐਕਸ਼ਨ ਆ ਸਕਦਾ ਹੈ, ਵੱਧ ਤੋਂ ਵੱਧ ਉਹਨੂੰ ਸਪੀਕਰ ਸਾਹਿਬ ਕਹਿੰਦੇ ਵੀ ਇਹਨੂੰ ਡਿਲੀਟ ਕਰਤਾ ਜੀ, ਉਹ ਕਾਰਵਾਈ 'ਚ ਨਹੀਂ ਪਾਇਆ ਜਾਂਦਾ। ਇਸ ਤੋਂ ਅੱਗੇ ਕੁਛ ਨਹੀਂ ਹੁੰਦਾ। ਇਸ ਤੋਂ ਅੱਗੇ ਜੇ ਜ਼ਿਆਦਾ ਰੌਲਾ ਪੈਂਦਾ, ਕੋਈ ਕਹਿੰਦਾ ਜੀ ਤੁਸੀਂ ਖੜੇ ਹੋ ਕੇ ਕਹੋ ਵੀ ਮੈਂ ਛੱਡਿਆ ਇਹ ਸ਼ਬਦ, ਜਾਂ ਮੈਂ ਮਾਫੀ ਮੰਗੋ, ਜਾਂ ਫਲਾਣਾ ਕਰੋ। ਉਹਨਾਂ ਦਾ ਆਪਦੀ ਮਰਿਆਦਾ ਹੈ, ਉਹ ਮਰਿਆਦਾ ਦੇ ਵਿੱਚ ਹੈਗੇ ਨੇ ਕੋਈ ਬੰਨ ਸੁੱਭ ਜਿਹਨੂੰ ਆਪਾਂ ਕਹਿੰਦੇ ਹਾਂ, ਤੇ ਉਹਦੇ ਵਿੱਚ ਇੱਦਾਂ ਤਾਂ ਫਿਰ ਕੋਈ ਸਪੀਕਰ ਦੀ ਗੱਲ ਵੀ ਨਹੀਂ ਮੰਨੇਗਾ। ਸਪੀਕਰ ਕਹਿੰਦੇ ਬਹਿ ਜਾਓ ਬਹਿ ਜਾਓ, ਫਿਰ ਆਖਿਰਕਾਰ ਕਹਿੰਦੇ ਚੰਗਾ ਤੁਸੀਂ ਬੋਲੀ ਜਾਂਦੇ ਹੋ, ਆ ਮੈਂ ਬੰਦ ਕਰਤਾ, ਹੁਣ ਚਲੋ ਰਿਕਾਰਡ ਨਹੀਂ ਹੋਣਾ। ਉਹਨਾਂ ਕੋਲ ਵੀ ਕੋਈ, ਇਹ ਮਰਿਆਦਾ ਦੇ ਪਾਰਟੀ ਨੇ, ਕੋਈ ਬਹੁਤ ਵੱਡੇ ਕਾਨੂੰਨ ਦੇ ਹਿੱਸੇ ਨਹੀਂ। ਮਰਿਆਦਾ ਤੋਂ ਬਗੈਰ ਸੰਸਾਰ ਨਹੀਂ ਚੱਲਦਾ। ਕਾਨੂੰਨ ਅਜੇ ਤਾਂ, ਕਾਨੂੰਨ ਤਾਂ ਬਾਅਦ ਚ ਆਇਆ, ਮਰਿਆਦਾ ਤਾਂ ਜਦ ਦਾ ਬੰਦਾ ਜੰਮਿਆ ਬਣਿਆ ਇਹ ਸੰਸਾਰ 'ਚ, ਉਦੋਂ ਦੀ ਚੱਲਦੀ ਹੈ। ਸੋ ਇਹ ਮਰਿਆਦਾ ਹੈ, ਜਿਹੜੀ ਮਰਿਆਦਾ ਨੂੰ ਰੱਖਦੇ ਹੋਏ ਅਸੀਂ ਚੱਲਣਾ ਹੁੰਦਾ। ਪਰ ਮਰਿਆਦਾ ਦਾ ਘਾਣ ਜਦ ਹੋਣਾ ਸ਼ੁਰੂ ਹੋ ਜੇ, ਚਾਹੇ ਉਹ ਇੱਕ ਧਿਰ ਕਰੇ, ਚਾਹੇ ਦੂਜੀ ਧਿਰ ਕਰੇ, ਚਾਹੇ ਵਿਰੋਧੀ ਧਿਰ ਕਰੇ, ਉਹਦਾ। ਪਰ ਹੁਣ ਜਦ ਤੁਸੀਂ ਮਰਿਆਦਾ ਦਾ ਘਾਣ, ਇੱਕ ਪਾਸੇ ਘਾਣ ਨੂੰ ਤੁਸੀਂ ਜਸਟੀਫਾਈ ਕਰਨਾ ਸ਼ੁਰੂ ਕਰ ਦਿਓ, ਨਹੀਂ ਇਹ ਤਾਂ ਠੀਕ ਹੈ, ਤੇ ਦੂਜੇ ਪਾਸੇ ਨੂੰ ਕੋਈ ਮਾੜਾ ਹੈ, ਉਦੋਂ ਵੀ ਮਾੜੀ ਗੱਲ ਹੋ ਜਾਂਦੀ ਹੈ। ਹੁਣ ਜੇ ਸਦਨ ਦੇ ਵਿੱਚ, ਜਿੱਥੇ ਸਪੀਕਰ ਕੋਲੇ, ਡਿਪਟੀ ਸਪੀਕਰ ਕੋਲੇ, ਸਦਨ ਦੇ ਸਭਾਪਤੀ ਕੋਲੇ ਸਾਰੀਆਂ ਪਾਵਰਾਂ ਨੇ ਕਿ ਉਹ ਕਿਸੇ ਵੀ ਸ਼ਬਦ ਨੂੰ ਕਾਰਵਾਈ ਦੇ ਵਿੱਚੋਂ ਕੱਢ ਸਕਦਾ ਹੈ, ਤੇ ਫਿਰ ਜੇ ਬੋਲਿਆ ਵੀ ਗਿਆ ਸ਼ਬਦ, ਤੇ ਦੂਜੀ ਗੱਲ ਉਹ ਉੱਥੇ ਕਹਿ ਸਕਦਾ ਵੀ ਨਹੀਂ ਇਹਨਾਂ ਸ਼ਬਦਾਂ ਤੋਂ ਗਰੇਜ ਕਰੋ, ਉਹਨੂੰ ਅਧਿਕਾਰ ਹੈ ਕਹਿਣ ਦਾ। ਤੇ ਫਿਰ ਤੁਹਾਨੂੰ ਲੋੜ ਕੀ ਹੈ ਹੋਰ? ਫਿਰ ਤਾਂ ਤੁਸੀਂ ਸਕੂਲ ਮਾਸਟਰ ਬਣ ਗਏ ਵੀ ਆ ਬੋਲਣਾ ਹੀ ਨਹੀਂ। ਵੀ ਸੰਸਦ ਸਕੂਲ ਮਾਸਟਰ ਦੀ ਤਰ੍ਹਾਂ ਨਹੀਂ ਚੱਲਦੀ, ਸੰਸਦ ਚੱਲਦੀ ਆ ਖੁੱਲ੍ਹਦਿਲੀ ਨਾਲ। ਹੁਣ ਦੂਜੀ ਗੱਲ ਇਹ ਹੈ ਵੀ ਇਹ ਕਹਿੰਦੇ ਜੀ ਜੁਮਲਾਬਾਜ਼ੀ ਲਫ਼ਜ਼ ਨਹੀਂ ਵਰਤਣਾ। ਕੀ ਤਾਂ ਅਮਿਤ ਸ਼ਾਹ ਜੀ ਨੇ ਖੁਦ ਕਿਹਾ ਸੀ, ਜਦੋਂ ਉਹਨਾਂ ਨੂੰ ਪੁੱਛਿਆ ਵੀ ਉਹ 15 ਲੱਖ ਕਹਿੰਦੇ ਉਹ ਤਾਂ ਜੁਮਲਾ ਥਾ। ਜੋ ਖੁਦ ਕਹਿੰਦੇ ਨੇ ਉਹ ਜੁਮਲਾ ਸੀ, ਤੇ ਲੋਕਾਂ ਨੇ ਕਹਤਾ ਫਿਰ ਕੀ ਹੋ ਗਿਆ। ਬਿਲਕੁਲ। ਫਿਰ ਇਸੇ ਤਰ੍ਹਾਂ ਹੀ ਜਿਵੇਂ ਕਹਿੰਦੇ ਹੁੰਦੇ ਨੇ, ਲੜਦਿਆਂ ਦੇ ਮਿਹਣੇ ਤੇ ਗਾਉਂਦਿਆਂ ਦੀਆਂ ਸਿੱਠਣੀਆਂ। ਇਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਵੀ ਜੇ ਬਾਹਰ ਲੜਨ ਉਦੋਂ ਮਿਹਣੇ ਮੰਨ ਲੈਣ, ਉੱਥੇ ਗਾਉਂਦਿਆਂ ਦੀਆਂ ਸਿੱਠਣੀਆਂ ਹੀ ਮੰਨ ਲੈਣ ਵੀ ਇਹ ਸਿੱਠਣੀਆਂ ਦੇ ਰਹੇ ਨੇ ਇੱਕ ਦੂਜੇ ਨੂੰ। ਬਿਲਕੁਲ ਬਿਲਕੁਲ। ਤੇ ਉੱਥੇ ਕਹਿੰਦੇ ਇਹਨਾਂ ਨਾ ਵੀ ਕੱਲਾ ਕਿਉਂ ਆਇਆ ਵੇ, ਮਾਂ ਨੂੰ ਕਿਉਂ ਨਹੀਂ ਲੈ ਆਇਆ ਵੇ, ਹੁਣ ਕੋਈ ਸੁਣਦਾ ਬਾਹਰ। ਸੋ ਕੁਛ ਜਗ੍ਹਾ ਤੇ ਕੁਛ ਗੱਲਾਂ ਸਾਡੇ ਸੱਭਿਆਚਾਰ 'ਚ ਸ਼ੁਰੂ ਤੋਂ ਹੀ ਇਹ ਇਜਾਜ਼ਤ ਆ ਵੀ ਕੋਈ ਨਹੀਂ ਤੁਸੀਂ ਕਰ ਸਕਦੇ ਹੋ। ਹੈਂ, ਕੁੜੀਆਂ ਕਹਿੰਦੀਆਂ ਨੇ ਬਾਪੂ ਦੇ ਵਰ ਪਸੰਦ ਆ ਗਿਆ, ਰੋਹੀ ਦੀ ਕਿੱਕਰ ਨਾਲੋਂ ਕਾਲਾ। ਹਾਂਜੀ, ਤੇ ਹੁਣ ਉਹਨੂੰ ਕੋਈ ਕੁੜੀ ਨੂੰ ਘਰੋਂ ਕੱਢ ਦੋ ਵੀ ਤੂੰ ਜਾਂ ਆਪਦੇ ਵਰ ਨੂੰ ਨਿੰਦਰ ਹੀ ਹੈ। ਮਤਲਬ ਸਮਾਜ ਦੇ ਵਿੱਚ ਕੋਈ ਨਾ ਕੋਈ ਕੁਰੀਤੀਆਂ ਨੂੰ, ਕੋਈ ਨਾ ਕੋਈ ਗਲਤ ਗੱਲਾਂ ਨੂੰ ਰੋਕਣ ਵਾਸਤੇ ਕੁਛ ਨਾ ਕੁਛ ਅਖਾਣ, ਕੁਛ ਬੋਲੀਆਂ, ਕੁਛ ਟੂਕਾਂ ਬਣੀਆਂ ਹੋਈਆਂ ਨੇ।
ਉਹ ਜਿਹੜੇ ਖਾਨ ਨੇ, ਜਿਵੇਂ ਹੁਣ ਜਦ ਕੋਈ ਬੰਦਾ ਵਿਦਵਾਨ ਹੋ ਕੇ ਵੀ ਰਾਜ ਤਖਤ ਦੇ ਨਾਲ ਵੱਜਿਆ ਰਹੇ, ਜੋ ਰਾਜ ਤਖਤ ਕਰੇ ਉਹੀ ਕਰਦਾ ਜਾਵੇ, ਤਾਂ ਉਹਨੂੰ ਕਹਿੰਦੇ ਵੀ ਇਹ ਤਾਂ ਭੀਸ਼ਮ ਪਿਤਾਮਹ ਹੈ ਜੀ। ਭਾਵੇਂ ਘਰ ਦੀ ਬਹੂ ਦੀ ਚੀਰ ਹਰਨ ਹੋ ਰਿਹਾ ਸਭਾ 'ਚ, ਪਰ ਉਹ ਬੋਲਦਾ ਨਹੀਂ ਹੈ। ਹਾਂਜੀ ਫਿਰ ਕੋਈ ਕਹਿੰਦਾ ਨਹੀਂ ਜੀ ਕੋਈ ਵਿਦਰ ਵੀ ਹੁੰਦੇ ਨੇ। ਹੁਣ ਨਾ ਤਾਂ ਅੱਜ ਕੋਈ ਵਿਦਰ ਹੈਗਾ ਪ੍ਰੈਕਟੀਕਲੀ, ਉਹ ਵਿਦਰ ਜਿਹਨੂੰ ਆਪਾਂ ਕਹਿੰਦੇ ਹਾਂ, ਨਾ ਕੋਈ ਭੀਸ਼ਮ ਪਿਤਾਮਹ, ਪਰ ਉਹ ਉਦਾਹਰਨ ਆਪਾਂ ਜਦ ਦਿੰਦੇ ਹਾਂ, ਕੋਈ ਕਹਿੰਦਾ ਤਾਂ ਸ਼ੁਕਣੀ ਹੈ ਜੀ, ਚਾਲ ਹੀ ਇਹਨੇ ਇਹੀ ਚੱਲਦਾ। ਸੋ ਇਹ ਜਿਹੜੀਆਂ ਇਹ ਉਦਾਹਰਨਾਂ ਨੇ ਜਦ ਅਸੀਂ ਦਿੰਦੇ ਹਾਂ, ਜਾਂ ਸਾਡੀਆਂ ਲਕੋਕਤੀਆਂ ਬਣੀਆਂ ਹੋਈਆਂ ਨੇ। ਕੋਈ ਕਹਿੰਦੇ ਨਾ ਪਾਣੀ 'ਚ ਮਧਾਣੀ ਕਿਉਂ ਪਾਈ ਹੈ, ਹੁਣ ਜੇ ਉੱਥੇ ਕੋਈ ਕਹਦੇ ਫਿਰ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਰੋਕਣੀਆਂ ਨੇ, ਜਿਹੜਾ ਉੱਥੇ ਬੋਲਣ ਦੇ ਉੱਤੇ, ਸਿਵਾਏ ਇਸ ਦੇ ਕਿ ਆਪਸ ਵਿੱਚ ਮਿਲ ਕੇ ਇਹਨਾਂ ਦੀ ਜੁਆਇੰਟ ਪਾਰਲੀਮੈਂਟ, ਇਹਨਾਂ ਦੀਆਂ ਕਮੇਟੀਆਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਸਭ ਹੋਣ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨਾਲ, ਉੱਥੇ ਤੈਅ ਕਰ ਲੈਣ ਵੀ ਯਾਰ ਆਪਾਂ ਆਹ ਗੱਲਾਂ ਨਹੀਂ ਕਹਿੰਦੇ, ਆਪਦੇ ਮੈਂਬਰਾਂ ਨੂੰ ਤੁਸੀਂ ਕਹੋ ਇਹ ਤੋਂ ਥੋੜਾ ਗਰੇਜ ਕਰੋ। ਪਰ ਜਦ ਸਾਡੇ ਇੱਥੇ ਮੈਨੂੰ ਕੀ ਲੱਗਦਾ ਹੈ, ਇਹਦੇ ਵਿੱਚ ਜਿਹੜਾ ਹੈ, ਇਹ ਜਦ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਵੀ ਇਹ ਅੰਦੋਲਨ ਜੀਵੀ ਨੇ, ਉਹ ਸ਼ਬਦ ਤੇ ਤਾਂ ਕੋਈ ਇਤਰਾਜ਼ ਨਹੀਂ ਹੈ। ਹਾਂਜੀ ਸੋ ਜਦ ਤੁਸੀਂ ਕਿਸੇ ਸ਼ਬਦ ਨੂੰ ਵਰਤਦੇ ਹੋ, ਜਦ ਕੋਈ ਕਹਿੰਦਾ ਹੈ ਦੇਸ਼ ਕੇ ਗਦਾरों को गोली मारो सालों को, ਉਹ ਸਦਨ 'ਚ ਵੀ ਬੋਲ ਗਿਆ ਸੀ ਕਿਤੇ ਨਾ ਕਿਤੇ, ਜਦ ਵਿਚਾਲਾ ਸ਼ਾਇਦ, ਜੋ ਮੈਨੂੰ ਲੱਗਦਾ ਭੁਲੇਖਾ ਪੈ ਰਿਹਾ ਹੋ ਸਕਦਾ। ਉਹੋ ਜਿਹੇ ਸ਼ਬਦਾਂ ਨੂੰ ਤੁਸੀਂ ਕਿਵੇਂ, ਜਦ ਤੁਸੀਂ ਰੋਜ਼ ਬੋਲਦੇ ਹੋ ਉੱਥੇ ਬਾਹਰ ਚੁਣੇ ਹੋਏ ਨੁਮਾਇੰਦੇ, ਤਾਂ ਕੋਈ ਉੱਥੇ ਰੈਫਰ ਕਿਵੇਂ ਕਰੇ? ਇਹਦਾ ਮਤਲਬ ਇਹ ਹੈ ਵੀ ਤੁਸੀਂ ਜੋ ਮਰਜ਼ੀ ਬੋਲੀ ਜਾਓ, ਕੋਈ ਤੁਹਾਨੂੰ ਉੱਥੇ ਘੇਰੇ ਨਾ। ਜਿਹੜੇ ਕਹਿੰਦੇ ਨੇ ਦੇਸ਼ ਕੇ ਗਦਾरों को गोली मारो सालों को, ਮੰਤਰੀ ਨੇ ਜੀ, ਕੀ ਉਹਨਾਂ ਨੂੰ ਘੇਰਨਾ ਬੰਦਾ ਨਹੀਂ ਉੱਥੇ ਵੀ ਤੁਸੀਂ ਆਹ ਕਹਿੰਦੇ ਸੀ ਬਾਹਰ? ਕਿ ਜੇ ਉਹ ਕਹਿੰਦੇ ਨੇ, ਉਹ ਕਹਿੰਦੇ ਤਾਂ ਮਰਿਆਦਾ ਤੋਂ ਦੂਰ ਹੈ ਜੀ ਸ਼ਬਦ। ਸੋ ਇਸ ਕਰਕੇ ਜਿਹੜੀ ਉੱਥੇ ਖੁੱਲ੍ਹ ਬੋਲਣ ਦੀ, ਮੈਂ ਕਹਾਂਗਾ ਜੋ ਤੁਸੀਂ ਪਹਿਲਾਂ ਕਿਹਾ, ਬਿਲਕੁਲ ਠੀਕ ਕਿਹਾ, ਜਿਹੜੀ ਆਪੇ ਮਰਿਆਦਾ ਰੱਖਣੀ ਹੈ ਜ਼ਿਆਦਾ ਜ਼ਰੂਰੀ ਹੈ। ਔਰ ਉਹ ਸਦਨ 'ਚ ਹੈਗੇ ਨੇ ਤੌਰ ਤਰੀਕੇ, ਕਿਤਾਬਚਾ ਜਾਰੀ ਕਰਨ ਦਾ ਕੋਈ ਮਤਲਬ ਨਹੀਂ ਸੀ। ਓਮ ਬਿਰਲਾ ਜੀ ਨੇ ਕਹਿਤਾ, ਪਰ ਨਾਲ ਕਿਹਾ ਵੀ ਨਹੀਂ ਪਹਿਲਾਂ ਵੀ ਜਾਰੀ ਹੁੰਦਾ, ਐਂ ਵੀ ਹੁੰਦਾ, ਫਲਾਣਾ ਵੀ ਹੁੰਦਾ, ਉਹ ਵੀ ਪੂਰੀ ਗੱਲ ਨਹੀਂ ਕਰੀ। ਇਹ ਕਹਿਤਾ ਵੀ ਕੋਈ ਨਹੀਂ, ਕਿਸੇ ਤੇ ਬਹੁਤੀ ਰੋਕ ਨਹੀਂ, ਆਪੇ ਮਰਿਆਦਾ ਰੱਖਣ ਇਹ। ਪਰ ਜੇ ਤੁਸੀਂ ਇੱਕ ਕਿਤਾਬਚਾ ਜਾਰੀ ਕਰਿਆ, ਉਹ ਕਾਹਦੇ ਵਾਸਤੇ ਕਰਿਆ? ਤੁਸੀਂ ਇਦੋਂ ਤਾਂ ਮੀਟਿੰਗ ਕਰਕੇ ਕਹਿ ਦਿਓ ਸਾਰੀਆਂ ਪਾਰਟੀਆਂ ਨੂੰ ਜੋ ਕਹਿਣਾ। ਸੋ ਇਹ ਕਿਤਾਬਚਾ ਜਾਰੀ ਕਰਨ ਦਾ ਮਤਲਬ ਇੱਕ ਹੈ। ਮੈਂ ਤੁਹਾਨੂੰ ਇਹਦੀ ਇੱਕ ਛੋਟੀ ਜਿਹੀ ਉਦਾਹਰਨ ਦੇਵਾਂਗਾ ਦਰਸ਼ਕਾਂ ਵਾਸਤੇ। ਇਹ ਜਦ ਤੁਸੀਂ ਕੋਈ ਨਜਾਇਜ਼ ਕੰਮ ਕਰਦੇ ਹੋ ਨਾ, ਕਈ ਵਾਰ ਉਹ ਟੈਸਟ ਵੀ ਕਰਕੇ ਦੇਖ ਲਓ। ਇੱਕ ਵਾਰੀ ਇੱਕ ਡੀਸੀ ਨੇ ਇੱਕ ਸਿਵਲ ਸਨ ਦੀ ਇਨਕੁਆਇਰੀ ਇੱਕ ਐਸਡੀਐਮ ਨੂੰ ਮਾਰ ਕਰਤੀ। ਮੈਂ ਆਖਿਆ ਵੀ ਤੁਸੀਂ ਐਸਡੀਐਮ ਨੂੰ ਕਿਵੇਂ ਮਾਰ ਕਰਤੀ? ਮੈਨੂੰ ਕਹਿਣ ਲੱਗਿਆ, गर्ग साहब मैं तो इसलिए मार किया, अगर बोलेंगे तो फिर मैं खुद कर लूंगा, नहीं तो फिर कर दी। ਯਾਨੀ ਕਿ ਟੈਸਟ ਵੀ ਕਰਿਆ ਜਾਂਦਾ ਵੀ ਅਗਲੀ ਦੂਜੀ ਧਿਰ ਨਾਲ ਜਦ ਜਾਤੀ ਕਰਦੇ ਹਾਂ, ਇਹ ਕੋਈ ਸਹਿਣਯੋਗ ਹੈ ਜਾਂ ਨਹੀਂ, ਜੇ ਸਹਿਣ ਨੂੰ ਤਿਆਰ ਨੇ ਜਾਂ ਨਹੀਂ। ਇਹ ਵੀ ਇੱਕ ਟੈਸਟ ਸੀ ਜਿੱਥੇ ਤੁਸੀਂ ਬਾਕੀ ਸੰਸਥਾਵਾਂ ਨੂੰ ਖਤਮ ਕਰਿਆ, ਜਿੱਥੇ ਤੁਸੀਂ ਬਾਕੀ ਸੰਸਥਾਵਾਂ ਦਾ ਬਿਲਕੁਲ ਹੀ ਪੱਠਾ ਬਿਠਾਤਾ ਹੈ, ਕਹਿਣ ਨੂੰ ਜੋ ਮਰਜ਼ੀ ਕਹੀ ਜਾਣ। ਉੱਥੇ ਹੁਣ ਤੁਸੀਂ ਕਹਿੰਦੇ ਹੋ ਵੀ ਅਸੀਂ ਸਾਧਨ 'ਚ ਜਿਹੜੀ ਮਾੜੀ ਮੋਟੀ ਖੁੱਲ੍ਹਾ, ਉਹ ਵੀ ਨਹੀਂ ਹੁੰਦੇ। ਨਹੀਂ ਬੰਦੇ ਤਾਂ ਖਰੀਦਣ ਦੇ ਤੁਸੀਂ ਸ਼ੁਰੂ ਕਰੇ ਹੋਏ ਨੇ, ਈਡੀ ਦੀ ਵਰਤੋਂ ਤੁਸੀਂ ਕਰ ਰਹੇ ਹੋਗੇ, ਤੁਹਾਨੂੰ ਕੋਈ ਤੁਸੀਂ ਜਰਗਮਾਲ ਬਣਾ ਰਹੇ ਹੋਗੇ। ਹੁਣ ਜੇ ਕੋਈ ਬੀਜੇਪੀ ਨੇ ਆਪਦੇ ਉਹ ਐਮਐਲਏ ਉੱਥੋਂ ਚੁੱਕ ਕੇ ਇਹਨਾਂ ਦੇ ਸ਼ਿਵ ਸੈਨਾ ਵਾਲੇ ਉੱਥੇ ਰੱਖੇ ਅਸਾਮ 'ਚ, ਜੇ ਕੋਈ ਉਹਨਾਂ ਨੂੰ ਕਹਿੰਦਾ ਜੀ ਉਹ ਜਰਗਮਾਲ ਬਣਾਏ ਗਏ, ਜਰਗਮਾਲ ਆਮ ਹੀ ਲੋਕਾਂ ਦਾ ਹੁੰਦਾ ਵੀ ਕਿਸੇ ਨੂੰ ਫੜ ਕੇ ਤੁਸੀਂ ਅੰਦਰ ਬੰਦ ਕਰਕੇ ਰੱਖ ਦਿਓ ਵੀ ਤੂੰ ਨਿਕਲ ਨਹੀਂ ਸਕਦਾ ਮੇਰੇ ਕੋਲੋਂ, ਮੇਰੇ ਅਨੁਸਾਰ ਇਹਨੂੰ ਜਰਗਮਾਲ ਕਹਿੰਦੇ ਨੇ। ਜਰਗਮਾਲ ਆਮ ਹੈ। ਹੁਣ ਉਹ ਕਹਿੰਦੇ ਜੀ ਇਹ ਜਰਗਮਾਲ ਵੀ ਅਜੇ ਤਾਂ ਉਹਨਾਂ ਨੂੰ ਆਉਂਦੀ ਨਹੀਂ ਨਾ ਪੰਜਾਬੀ, ਫਿਰ ਉਹ ਜਰਗਮਾਲ ਤਾਂ ਬਹੁਤ ਵੱਡੀ ਗੱਲ ਹੈ। ਇਹ ਆਮ ਹੀ ਕਹਿੰਦੇ ਸੀ। ਅੱਛਾ, ਇਸੇ ਤਰ੍ਹਾਂ ਕਾਂਗਰਸ ਵੀ ਮੰਨਦੇ। ਸੋ ਜਿਹੜੇ ਸ਼ਬਦ ਤੁਸੀਂ ਵਰਤਦੇ ਹੋ, ਜਦ ਖੱਟੜ ਸਾਹਿਬ ਇਹੋ ਜਿਹੇ ਸ਼ਬਦ ਵਰਤਦੇ ਨੇ, ਸੰਵਿਧਾਨ ਕਹਿੰਦੇ ਤੇ ਬੈਠਿਆਂ ਨੂੰ ਵੀ ਨਹੀਂ ਵਰਤਣੇ ਚਾਹੀਦੇ ਨਾ। ਕਿ ਜੇ ਮੋਦੀ ਸਾਹਿਬ ਕਹਿੰਦੇ ਨਹੀਂ ਤਾਂ ਕੱਪੜੋਂ ਸੇ ਪਛਾਣੇ ਜਾਤੇ ਹੈ, ਇਹ ਕੀ ਹੈ? ਇਹ ਤਾਂ ਸਿੱਧੇ ਹੀ ਬਲਕਿ ਮੈਂ ਕਹਾਂਗਾ ਕਮਿਊਨਿਜ਼ਮ ਹੈ। ਤੁਸੀਂ ਕਿਹਨੂੰ ਗੱਲ ਕਰਦੇ ਹੋ? ਕਿ ਜਦ ਮੋਦੀ ਸਾਹਿਬ ਕਹਿੰਦੇ ਨੇ ਅੰਦੋਲਨ ਦੇ ਵਿੱਚ ਕਿ ਇੱਥੇ ਖਾਲਿਸਤਾਨੀ ਆ ਗਏ, ਕਿਸਾਨ ਅੰਦੋਲਨ 'ਚ ਕਹਿੰਦੇ ਨੇ, ਤੇ ਸਿੱਖ ਅੱਗੇ ਸ਼ਬਦ ਵਰਤਿਆ, ਸਿੱਖ ਯਾਦ ਰੱਖਣ 1947 ਦੇ ਦੰਗਿਆਂ ਨੂੰ ਤੇ 1984 ਦੇ ਦੰਗਿਆਂ ਨੂੰ। ਇਹ ਕੀ ਸੀ? ਇਹ ਕੀ ਸੀ? ਇਹ ਸਾਡੇ ਜ਼ਖਮਾਂ ਤੇ ਨਮਕ ਛਿੜਕਣਾ ਸੀ। ਕਿਸੇ ਬੰਦੇ ਨੂੰ ਮਾਰ ਕੇ ਇਹ ਕਹਿਣਾ ਵੀ ਦੇਖਿਆ ਤੂੰ ਹੁਣ ਦੇਖ ਲਈ ਤੇਰੇ ਨਾਲ ਉਹੀ ਜੀ ਕਰੂੰ, ਉਹ ਯਾਦ ਦਿਵਾਉਣੀ ਹੈ ਜਿਹੜੀ ਕਿਸੇ ਨੂੰ, ਉਹ ਨਮਕ ਛਿੜਕਣ ਤੋਂ ਘੱਟ ਹੈ। ਬਲਕਿ ਉਹ ਤਾਂ ਆਮ ਪਬਲਿਕ ਵਾਸਤੇ ਨਮਕ ਛਿੜਕਿਆ ਜਾ ਰਿਹਾ ਸੀ, ਇੱਕ ਖਾਸ ਕਮਿਊਨਿਟੀ ਵਾਸਤੇ ਛਿੜਕਿਆ ਜਾ ਰਿਹਾ ਸੀ, ਜਿਹਨੇ ਸਾਰੇ ਦੇਸ਼ ਵਾਸਤੇ ਬਾਰ-ਬਾਰ ਜਾਨ ਦਿੱਤੀ ਆ, ਕੁਰਬਾਨੀਆਂ ਦਿੱਤੀਆਂ ਏਡੀਆਂ ਵੱਡੀਆਂ।
ਜਿਹੜੀ ਨੇ ਕਦੇ ਸਿਰ ਹੀ ਨਹੀਂ ਝੁਕਾਇਆ, ਖੜੇ ਹੋਏ ਨੇ ਬਾਕਾਇਦਾ ਛਾਤੀ ਤਾਣ ਕੇ, ਚਾਹੇ ਫੌਜਾਂ 'ਚ, ਚਾਹੇ ਅੰਨ ਪੈਦਾ ਕਰਨ 'ਚ, ਚਾਹੇ ਪੜ੍ਹਾਈ 'ਚ, ਚਾਹੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ, ਚਾਹੇ ਐਮਰਜੈਂਸੀ ਦੇ ਵਿਰੋਧ 'ਚ, ਹਰ ਗੱਲ 'ਚ ਛਾਤੀ ਤਾਣ ਕੇ ਜਿਹੜੇ ਖੜੇ ਹੋਏ ਨੇ, ਉਹਨਾਂ ਨੂੰ ਤੁਸੀਂ ਇਹ ਮਿਹਨਤ ਦੇ ਰਹੇ ਹੋ। ਸੋ ਮੈਨੂੰ ਐਂ ਲੱਗਦਾ ਹੈ ਵੀ ਉਸੇ ਸੰਸਦ ਦੇ ਵਿੱਚ ਜੀ ਤੁਸੀਂ ਖੁਦ, ਜਿਨ੍ਹਾਂ ਦੀ ਜ਼ਿੰਮੇਵਾਰੀ ਹੈ, ਹਮੇਸ਼ਾ ਜਿਹੜਾ ਬੰਦਾ ਦੂਜੇ ਪਾਸੇ ਬੈਠਾ ਹੋਵੇ, ਜਿਵੇਂ ਤੁਸੀਂ ਇਹਦੇ ਵਿੱਚੋਂ, ਮੈਨੂੰ ਫਿਰ ਵੀ ਥੋੜ੍ਹੀ ਖੁੱਲ੍ਹ ਬੋਲਣ ਦੀ ਤੁਹਾਡੇ 'ਤੇ ਜ਼ਿਆਦਾ ਸੰਕੋਚ ਹੈ, ਕਿਉਂਕਿ ਤੁਸੀਂ ਇਸ ਪ੍ਰੋਗਰਾਮ ਨੂੰ ਐਜ਼ ਐਂਕਰ ਕਰ ਰਹੇ ਹੋ। ਜੀ ਤੁਹਾਨੂੰ ਜ਼ਿਆਦਾ ਇਸ ਗੱਲ ਦਾ ਧਿਆਨ ਰੱਖਣਾ ਪਏਗਾ ਵੀ ਯਾਰ ਇਹ ਮੈਂ ਹੀ ਚਲਾਉਣਾ ਪ੍ਰੋਗਰਾਮ ਦਾ। 2-3 ਪੈਨਲਿਸਟ ਹੋਣ, ਆਪਾਂ ਦੇਖਦੇ ਹਾਂ ਐਂਕਰ ਦਾ ਕੀ ਹਾਲ ਹੁੰਦਾ, ਪਰ ਉਹ ਫਿਰ ਵੀ ਉਹਨੂੰ ਟੈਕਲ ਕਰਦਾ। ਸੋ ਇਸੇ ਤਰ੍ਹਾਂ ਹੀ ਉਸੇ ਲੋਕ ਸਭਾ ਦੇ ਸਪੀਕਰ, ਰਾਜ ਸਭਾ ਦੇ ਸਪੀਕਰ, ਜਿਹੜਾ ਵੀ ਸਭਾਪਤੀ ਹੈ ਨਿਯਮਾਂ ਦੇ ਮੁਤਾਬਕ, ਉਹਨਾਂ ਨੇ ਕਰ ਲੈਣੇ ਟੈਕਲ। ਤੁਸੀਂ ਦੱਸੋ ਹੋਰ ਨਵੇਂ ਪਰਚੇ ਤੇ ਨਵੀਆਂ ਕਿਤਾਬਾਂ ਕਿਉਂ ਕਢਵਾਉਣੋਂ ਕਹਿ ਕੇ। ਇੱਕ ਤਾਂ ਇਹ ਹੈ, ਮੈਨੂੰ ਇਹਦੇ ਉੱਤੇ ਇਹ ਇਤਰਾਜ਼ ਹੈ। ਦੂਜਾ ਮੈਨੂੰ ਇਤਰਾਜ਼ ਹੈ ਵੀ ਇਹ ਸੰਸਦ ਦਾ ਗਲਾ ਘੁੱਟਣ ਦੇ ਬਰਾਬਰ ਹੈ। ਸੱਚੀ ਇਕੱਲਾ ਇਹੀ ਨਹੀਂ ਹੈ ਕਿ ਸ਼ਬਦ ਮਾੜੇ ਨੇ, ਸ਼ਬਦ ਮਾੜੇ ਨਹੀਂ ਹੋਣੇ ਚਾਹੀਦੇ, ਸ਼ਬਦ ਨਹੀਂ ਵਰਤੇ ਜਾਣੇ ਚਾਹੀਦੇ, ਪਰ ਜਿਹੜੇ ਸ਼ਬਦ ਸਾਡੇ ਆਮ ਹੀ ਨੇ, ਵੀ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ। ਹੁਣ ਜੇ ਕੋਈ ਕਹੇ ਵੀ ਮੋਦੀ ਸਾਹਿਬ 15 ਲੱਖ ਵਾਲਾ ਤੁਸੀਂ ਛੱਡਿਆ ਸੀ ਜੁਮਲਾ, ਤੇ ਤੁਸੀਂ ਤਾਂ ਉਹਨੂੰ ਜੁਮਲਾ ਕਹਿੰਦੇ ਸੀ, ਮੈਂ ਤਾਂ ਕਹਿੰਦਾ ਵੀ ਕਾਠ ਦੀ ਹਾਂਡੀ ਉਹਨਾਂ ਐਤਕੀ ਨਹੀਂ ਚੜ੍ਹਨੀ। ਹੁਣ ਇਹ ਅਖਾਣ ਨੇ, ਇਹ ਅਖਾਣ ਤਾਂ ਆਮ ਲੋਕਾਂ ਦੇ ਵਿੱਚ ਨੇ, ਇਹ ਕੋਈ ਮਾੜੇ ਨਹੀਂ ਹੈਗੇ। ਜ਼ਖਮਾਂ ਤੇ ਲੂਣ ਛਿੜਕਣਾ, ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ ਹੈ, ਤੇ ਇਹ ਜਿਹੜੀਆਂ ਗੱਲਾਂ ਨੇ ਨਾ, ਇਹ ਜਿਹੜੀ ਸਾਡੀ ਭਾਸ਼ਾ ਦੀ ਮਰਿਆਦਾ ਹੈ, ਉਹਦੇ ਵਿੱਚ ਵੀ ਬਹੁਤ ਸਾਰਾ ਕੁਝ ਹੈਗੀ ਆ ਖੁਦ, ਕਿ ਤੁਸੀਂ ਕਿਵੇਂ ਉਸ ਭਾਸ਼ਾ ਨੂੰ ਵਰਤਣਾ ਹੈ। ਵਿਅੰਗ ਹੋਰ ਕੀ ਹੁੰਦਾ? ਜੇ ਤੁਸੀਂ ਇਹਨਾਂ ਨੇ ਪਹਿਲਾਂ ਪੱਤਰਕਾਰਾਂ ਦਾ ਵਿਅੰਗ ਬੰਦ ਕਰਿਆ। ਜੇ ਕੋਈ ਕਾਰਟੂਨ ਬਣਾ ਦਿੰਦਾ ਸੀ, ਅੱਗੇ ਆਮ ਹੀ ਕਾਰਟੂਨ ਪੋਲੀਟੀਸ਼ੀਅਨਾਂ ਦੇ ਮੈਂ ਬਚਪਨ 'ਚ ਦੇਖਦਾ ਸੀ, ਤੇ ਆਰ ਕੇ ਲਕਸ਼ਮਣ ਦੇ ਕਾਰਟੂਨ ਹਮੇਸ਼ਾ ਅਸੀਂ ਦੇਖ ਰਹੇ ਹੋ, ਅੱਜ ਕੀ ਬਣਾਇਆ ਕਾਰਟੂਨ, ਹਰ ਰੋਜ਼ ਉਹਦਾ ਇੱਕ ਕਾਰਟੂਨ ਹੁੰਦਾ ਸੀ, ਉਹ ਬੜਾ ਮਸ਼ਹੂਰ ਸੀ। ਸੋ ਕਾਰਟੂਨ ਕੀ ਹੁੰਦਾ? ਵਿਅੰਗ ਹੀ ਹੁੰਦਾ ਨਾ। ਕੋਈ ਕਦੋਂ ਯਾਰ ਮੇਰਾ ਐਂ ਅੱਖਾਂ ਤੁਸੀਂ ਕਿਵੇਂ ਬਣਾਤੀਆਂ, ਮੇਰਾ ਹੁਣ ਵੀ ਤਾਂ ਕੰਪਿਊਟਰ 'ਤੇ ਕਾਰਟੂਨ ਮੋਦੀ ਸਾਹਿਬ ਹੋਰਾਂ ਦੇ ਕਈ ਵਾਰੀ ਆਉਂਦੇ ਨੇ ਸਾਰਿਆਂ ਦੀ। ਸੋ ਜੇ ਤੁਸੀਂ ਕਾਰਟੂਨ ਬਣਾਉਣੇ, ਤੁਸੀਂ ਟੀਚਰਾਂ ਕਰਨੀਆਂ, ਤੁਸੀਂ ਮਖੌਲ ਕਰਨੇ ਛੱਡਤੇ ਹੈ, ਤੁਸੀਂ ਚੋਭ ਲਾਉਣੀ, ਚੋਭ ਦੇ ਤੌਰ ਤਰੀਕੇ ਹੁੰਦੇ ਨੇ। ਜੇ ਤੁਸੀਂ ਉਹ ਤੌਰ ਤਰੀਕਾ ਸਿੱਧਾ ਕਹਿਣ ਦੀ ਬਜਾਏ, ਇੱਕ ਛੋਟੀ ਜਿਹੀ ਗੱਲ ਫਿਰ ਸੁਣਾ ਦਿੰਦਾ ਵੀ ਇਹ ਕਿਵੇਂ ਸ਼ਬਦ ਕਿਉਂ ਖਰਾਬ ਕਰਦੇ ਨੇ। ਇਹਨਾਂ ਨੂੰ ਨਹੀਂ ਕਰਨੇ ਚਾਹੀਦੇ। ਕਈ ਵਾਰ ਸਿੱਧਾ ਨਹੀਂ ਕਹਿਣਾ ਹੁੰਦਾ, ਟੇਢਾ ਕਹਿਣਾ ਹੁੰਦਾ। ਉਹ ਟੇਢਾ ਕੀ ਹੈ? ਇੱਕ ਵਾਰੀ ਸਾਡੇ ਪਿੰਡ ਨਾ ਉਹ ਨਕਲਚੀਏ ਆਏ ਹੋਏ ਸੀ, ਉਹ ਇੱਕ ਭੰਡ ਤੇ ਭੰਨੀ ਹੁੰਦੇ ਨੇ, ਤੇ ਉਹ ਐਂ ਚਿੱਤਰ ਜਿਹਾ ਮਰ ਗਿਆ, ਉਹ ਐਂ ਨਾ ਭੰਡ ਨੀ ਜਿਹੜੀ ਸੀ ਐਂ ਦੇਖ ਰਹੀ ਹੈ, ਐਂ ਹੱਥ ਰੱਖ ਕੇ। ਉਹ ਭੰਡ ਨੂੰ ਪੁੱਛਦਾ, ਪ੍ਰਵਾਨੀ ਕੀ ਦੇਖ ਰਹੀ ਹੈ? ਕਹਿੰਦੀ, ਪ੍ਰਭਾ ਦੇਖ ਰਹੀ ਹਾਂ ਰੱਬ ਦੇ ਰੰਗ। ਉਹ ਕਹਿੰਦਾ, ਕੀ ਰੰਗ ਦੇਖ ਰਹੀ ਹੈ? ਕਹਿੰਦੀ, ਰੱਬ ਦੇ ਰੰਗ। ਉਹ ਦੇਖੋ ਕਿੱਡਾ ਸੋਹਣਾ ਬਾਗ, ਪਰ ਇੰਨਾ ਕੁ ਅੰਬ, ਅਨਾਰ। ਆ ਦੂਜੇ ਪਾਸੇ ਏਡਾ ਵੱਡਾ ਜੰਗਲ, ਪਰ ਝਾੜ, ਬੂਟ, ਜੰਡ, ਕਰੀਰ, ਰੇਰੂ। ਉਹ ਕਹਿੰਦੀ ਦੇਖ, ਹੋਇਆ ਨਾ ਰੱਬ ਦੇ ਰੰਗ ਕਿੱਡੇ ਨੇ। ਉਹ ਜਿਹੜਾ ਮਰਾਸੀ ਸੀ, ਉਹ ਕਹਿਣ ਲੱਗਿਆ, ਪ੍ਰਵਾਨੀ ਇਹ ਰੱਬ ਦੇ ਰੰਗ ਨਹੀਂ ਹੈਗੇ, ਇਹਨਾਂ ਦਾ ਪਾਣੀ ਨਿਕਲ ਇਹਨਾਂ 'ਚ ਪਈ ਜਾਂਦਾ, ਇਹ ਅੰਬ ਅਨਾਰ ਬਣ ਗਏ ਥੋੜੇ ਜਿਹੇ, ਤੇ ਉਹ ਮੰਨੀ ਦਾ ਨਹੀਂ ਕਹਿ ਸਕਦੇ ਅੱਜ ਆਪਾਂ, ਤੇ ਆਹ ਝਾੜ ਬੂਟ ਬਣ ਗਏ, ਉਹ ਆਪਣੇ ਵਰਗੇ ਸਾਰੇ ਹੋ ਗਏ ਉਸ 'ਚ। ਸੋ ਇਹ ਗੱਲ ਜਿਹੜੀ ਕਿੱਡੀ ਵੱਡੀ ਸਿਮਲੀ ਅਗਲੇ ਦੇ ਕੇ ਗਏ ਨੇ। ਸੋ ਸਾਨੂੰ ਜਿਹੜੀਆਂ ਸਿਮਲੀਆਂ, ਜਿਹੜੇ ਬਿੰਬ, ਜਿਹੜੀਆਂ ਗੱਲਾਂ, ਬਲਕਿ ਮੈਂ ਕਹਾਂਗਾ ਵੀ ਉਹ ਵਧੀਆ ਤਰੀਕੇ ਨਾਲ ਕਿਵੇਂ ਵਰਤਣੀਆਂ ਨੇ, ਸਾਡੇ ਸਿਆਸਤਦਾਨ ਨੂੰ ਬਹੁਤ ਵਾਰੀ ਆਉਂਦੀਆਂ ਹੁੰਦੀਆਂ ਨੇ। ਐਸੀ ਗੱਲ ਨਹੀਂ ਹੈ, ਚਾਹੇ ਪੜ੍ਹੇ ਲਿਖੇ ਪੜ੍ਹੇਦਾਰ ਦੇ ਵੀ ਇਹਦੇ 'ਚ ਬਹੁਤਾ ਸਵਾਲ ਨਹੀਂ ਹੈ। ਸੋ ਇਸ ਕਰਕੇ ਹੁਣ ਜੇ ਕੋਈ ਕਹਿੰਦਾ ਵੀ ਯਾਰ ਤੂੰ ਇਦੋਂ ਤਾਂ ਜੰਮਦਾ ਹੀ ਮਰ ਜਾਂਦਾ, ਆਪਦੇ ਜਵਾਕ ਨੂੰ ਕਹਿ ਦਿੰਦਾ ਕਈ ਵਾਰੀ, ਇਹਦਾ ਮਤਲਬ ਉਹਨੂੰ ਮਾਰਨਾ ਥੋੜ੍ਹਾ ਚਾਹੁੰਦਾ, ਉਹ ਥੋੜ੍ਹਾ ਚਾਹੁੰਦਾ ਵੀ ਉਹ ਮਰ ਜੇ। ਉਹ ਕਹਿਣ ਦਾ ਮਤਲਬ ਉਹਨੂੰ ਮਿਹਨਤ ਦੇ ਰਿਹਾ ਵੀ ਤੂੰ ਤਾਂ ਯਾਰ ਬਹੁਤ ਮਾੜਾ ਕਰ ਰਿਹਾ। ਸੋ ਇਸ ਕਰਕੇ ਮੈਨੂੰ ਇਹ ਜਿਹੜਾ ਇਹਨਾਂ ਨੇ ਇਸ ਦੇ ਉੱਤੇ ਕਰਿਆ ਨਾ, ਜਿੰਨੇ ਸ਼ਬਦ ਵੀ ਕਰੇ ਨੇ, ਮੈਂ ਸ਼ਬਦਾਂ ਦੀ ਜਾਣ ਕੇ ਡਿਟੇਲ 'ਚ ਨਹੀਂ ਜਾ ਰਿਹਾ, ਉਹ ਕਰੇ ਵੀ ਕੀ ਨੇ, ਜਿਹੜੇ ਵਿਰੋਧੀ ਤਰ੍ਹਾਂ ਬੋਲਦੀਆਂ ਨੇ। ਹਾਂਜੀ ਬਿਲਕੁਲ, ਉਹ ਪਖੰਡ ਵਰਗਾ ਜੁਮਲਾਬਾਜੀ, ਧੋਖਾ, ਇੱਕ ਉਹਦਾ ਆਪਣਾ ਕਰੋਨਾ ਸਪਰੈਡਰ। ਹਾਂ, ਤੁਸੀਂ ਦੇਖੋ ਹੁਣ ਜੇ ਕੋਈ ਬੰਦਾ ਕਹਿੰਦਾ ਹੈ, ਇਹ ਨਹੀਂ ਕਹਿੰਦੇ ਰਹੇ ਵੀ ਇਹ ਚਾਰਾ ਖਾਣ ਵਾਲਾ ਆ ਗਿਆ। ਲਾਲੂ ਪ੍ਰਸ਼ਾਦ ਦੇ ਉੱਤੇ ਬਾਰ-ਬਾਰ ਚਾਰਾ ਖਾਣ ਦਾ ਗੱਲ ਕਰਦੇ ਰਹੇ ਨੇ। ਵੈਸੇ ਸ਼ਬਦ ਤਾਂ ਠੀਕ ਨਹੀਂ ਹੈ, ਪਰ ਲੋਕ ਕਹਿੰਦੇ ਨੇ ਵੀ ਇਹ ਤਾਂ ਜੀ ਸਾਬਤ ਜਾਨਵਰ ਨੂੰ ਵੀ ਅੰਦਰ ਲੰਘਾ ਜਾਂਦਾ।
ਬੰਦਿਆਂ ਬਾਰੇ, ਆਮ ਬੰਦਿਆਂ ਬਾਰੇ ਕਹਿੰਦੇ ਨੇ, ਉਹਦਾ ਮਤਲਬ ਜਿਹੜੇ ਭ੍ਰਿਸ਼ਟ ਬੰਦੇ ਨੇ ਉਹਨਾਂ ਬਾਰੇ ਕਿਹਾ ਜਾਂਦਾ। ਬਿਲਕੁਲ ਇਸੇ ਕਰਕੇ ਹੁਣ ਆਏ ਤਾਂ ਜੇ ਆਪਾਂ ਦੇਖੀਏ, ਬਾਬੇ ਨਾਨਕ ਨੇ ਤਾਂ ਇਹ ਕਹਿੰਦਾ ਰਾਜੇ ਸੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਫਿਰ ਤਾਂ ਬਾਬਾ ਨਾਨਕ ਨੂੰ ਤਾਂ ਸਾਰੇ ਕਹਿਣਗੇ ਵੀ ਇਹਨਾਂ ਤੋਂ ਵੀ ਕਿਸੇ ਸਭਾ 'ਚ ਨਹੀਂ ਬੈਠਣਾ ਚਾਹੀਦਾ। ਹਾਂਜੀ ਬਿਲਕੁਲ ਐਡੀ ਵੱਡੀ ਗੱਲ ਕਹੀ ਹੈ ਉਹਨਾਂ ਨੇ ਤਾਂ, ਹੈ। ਤੇ ਕਬੀਰ ਸਾਹਿਬ ਨੇ ਕਹਿਤਾ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਣ ਬਾਟ ਕਾਹੇ ਨਹੀਂ ਆਇਆ। ਉਹਨੂੰ ਕਹਿ ਦੇਣਗੇ ਵੀ ਤੂੰ ਦੱਸ ਵੀ ਤੂੰ ਤਾਂ ਕਬੀਰ ਭਾਈ ਤੂੰ ਨਹੀਂ ਸਭਾ 'ਚ ਬੈਠ ਸਕਦਾ। ਜਿਹੜੇ ਬੰਦੇ ਪੁਰਾਣਾ ਜ਼ਮਾਨਾ ਸੀ, ਐਸੋਂ 700-800 ਸਾਲ ਪਹਿਲਾਂ, 500 ਸਾਲ ਪਹਿਲਾਂ, ਉਸ ਜ਼ਮਾਨੇ 'ਚ ਤਾਂ ਲੋਕਾਂ ਨੇ ਇਹੋ ਜਿਹੇ ਸ਼ਬਦ ਚੰਗੇ ਸਮਝੇ ਨੇ, ਲਿਖਤੀ ਰੱਖੇ ਨੇ, ਉਹਨਾਂ ਨੂੰ ਸਾਂਭ ਕੇ ਰੱਖਿਆ ਵੀ ਹਾਂ ਇਹ ਸ਼ਬਦ ਕਹੇ ਗਏ ਨੇ, ਹੈ। ਤੇ ਅੱਜ ਅਸੀਂ ਕਹਿੰਦੇ ਅਸੀਂ ਸੰਸਦ 'ਚ ਵੀ ਬੋਲਣ ਨਹੀਂ ਦੇਣੇ। ਤਾਂ ਪ੍ਰੈਕਟੀਕਲੀ ਉਹ ਧਰਮ ਜਿਹੜੇ ਸਤਰ ਹੁੰਦੇ ਸੀ, ਜਿਹੜੀ ਸਿੱਧ ਗੋਸ਼ਟ ਹੋਈ ਆ ਬਾਬੇ ਨਾਨਕ ਨਾਲ, ਹੈ ਤਾਂ ਉਹ ਕਿਸਮ ਦੀ ਸੰਸਦ ਹੀ ਹੈ ਨਾ ਉਹਨਾਂ ਧਾਰਮਿਕ ਲੋਕਾਂ ਦੀ ਜਾਂ ਫਿਲਾਸਫਰਾਂ ਦੀ। ਬਿਲਕੁਲ ਇਹ ਸੰਸਦ ਹੋਰ ਹੈ। ਸੋ ਉਹਦੇ ਵਿੱਚ ਤਾਂ ਸ਼ਬਦਾਂ ਦਾ ਉੱਥੇ ਵੀ ਮਰਿਆਦਾ ਹੁੰਦੀ ਸੀ, ਉੱਥੇ ਵੀ ਬਹਿੰਦੇ ਤਾਂ ਉਹ ਬੋਲਦੇ ਤਾਂ ਮਰਿਆਦਾ 'ਚ ਹੀ ਸੀਗੇ, ਉੱਥੇ ਵੀ ਇਸ਼ਾਰਿਆਂ ਨਾਲ ਵੀ ਗੱਲ ਕਰਦੇ ਸੀ। ਸੋ ਇਹਨਾਂ ਨੂੰ ਕਿਉਂਕਿ ਆਉਂਦੀ ਨਹੀਂ, ਬੀਜੇਪੀ ਨੂੰ ਖਾਸ ਕਰਕੇ ਨਹੀਂ ਆਉਂਦੀ। ਮੈਂ ਇਹਨਾਂ ਨੂੰ ਬਹੁਤ ਵਾਰੀ ਬੋਲਦੇ ਦੇਖਿਆ, ਬਹੁਤ ਵਾਰੀ ਇਹੋ ਜਿਹੇ ਸ਼ਬਦ ਵਰਤਦੇ ਨੇ ਲੋਕਾਂ ਬਾਰੇ ਮੀਡੀਆ ਦੇ ਵਿੱਚ ਬੈਠ ਕੇ ਵੀ, ਤੇ ਉੱਥੇ ਆਪ ਤਾਂ ਕਹਿੰਦੇ ਅਸੀਂ ਜੋ ਮਰਜ਼ੀ ਵਰਤੀ ਜਾਈਏ, ਪਰ ਦੂਜੇ ਨੂੰ ਨਹੀਂ ਵਰਤਣ ਦੇਣੇ। ਗੱਲ ਤਾਂ ਇੰਨੀ ਹੈ। ਮੈਂ ਤਾਂ ਇਹਦੇ ਵਿੱਚ ਇਹੀ ਕਹਾਂਗਾ ਵੀ ਜੇ ਅੱਜ ਅਸੀਂ ਆਪਣੀ ਸੰਸਦ ਦੀ ਮਰਿਆਦਾ ਆਪਦੇ, ਜੇ ਅਸੀਂ ਪ੍ਰਜਾਤੰਤਰ ਨੂੰ ਜਿਉਂਦਾ ਰੱਖਣਾ ਹੈ, ਜੇ ਅਸੀਂ ਇਹ ਚਾਹੁੰਦੇ ਹਾਂ ਕਿ ਇੱਥੇ ਇਨਸਾਨ ਵਸਣ, ਇੱਥੇ ਕੋਈ ਬੰਦਾ ਦੇਸ਼ ਵਾਸਤੇ, ਇਸ ਜਨਮ ਭੂਮੀ ਵਾਸਤੇ, ਮਾਤਰੀ ਭੂਮੀ ਵਾਸਤੇ ਜਾਨ ਦੇ ਸਕਦਾ ਹੋਵੇ, ਉਹ ਖੜਾ ਹੋਵੇ ਸਿਰ ਢਾਹ ਕੇ, ਛਾਤੀ ਢਾਹ ਕੇ, ਸੀਸ ਭੇਟ ਕਰ ਸਕਦਾ ਹੋਵੇ, ਉਹ ਬੰਦੇ ਜੇ ਅਸੀਂ ਚਾਹੁੰਦੇ ਹਾਂ ਤਾਂ ਸਾਨੂੰ ਬੋਲਣ ਦੀ ਖੁੱਲ੍ਹ ਦੇਣੀ ਪਏਗੀ। ਜੇ ਬੋਲਣ ਦੀ ਖੁੱਲ੍ਹ ਅਸੀਂ ਖਤਮ ਕਰਾਂਗੇ, ਮੈਂ ਸਕੂਲਾਂ ਵਾਲਿਆਂ ਟੀਚਰਾਂ ਨੂੰ ਕਈ ਵਾਰੀ ਕਹਿਣਾ ਹੁੰਦਾ, ਇੱਕ ਦੋ ਵਾਰੀ ਮੈਂ ਇੱਥੇ ਕਈ ਵਾਰੀ ਇਹ ਬਾਲ ਮੇਲਾ ਇੱਕ ਲਾਉਂਦੇ ਸੀ ਅਸੀਂ, ਉਹਦੇ 'ਚ ਇਨਾਗੁਰੇਲ ਮੈਂ ਕਹਿੰਦਾ ਸੀ ਵੀ ਮੈਂ ਤੁਹਾਨੂੰ ਬਿਲਕੁਲ ਨਹੀਂ ਕਹਿੰਦਾ ਤੁਸੀਂ ਪੜ੍ਹਾਓ, ਮੈਨੂੰ ਪਤਾ ਮੇਰੇ ਕਹੇ ਤੋਂ ਤੁਸੀਂ ਪੜ੍ਹਾਉਣਾ ਵੀ ਨਹੀਂ, ਪਰ ਮੈਂ ਇੱਕ ਬੇਨਤੀ ਕਰਦਾ ਤੁਹਾਨੂੰ ਵੀ ਜਵਾਕ ਨੂੰ ਸਵਾਲ ਕਰਨ ਤੋਂ ਨਾ ਰੋਕੋ। ਹਾਂਜੀ ਬਿਲਕੁਲ ਉਹਦੀ ਭਾਸ਼ਾ ਮਾੜੀ ਹੋ ਸਕਦੀ ਹੈ, ਉਹਦੇ ਸ਼ਬਦ ਟੁੱਟੇ ਫੁੱਟੇ ਹੋ ਸਕਦੇ ਨੇ, ਤਾਂ ਕਿ ਜੇ ਉਹ ਅੱਜ ਤੁਹਾਨੂੰ ਸਵਾਲ ਕਰੂਗਾ ਤਾਂ ਕੱਲ੍ਹ ਨੂੰ ਉਹ ਜਾ ਕੇ ਦੇਸ਼ ਦੇ ਹੁਕਮਰਾਨ ਨੂੰ ਵੀ ਸਵਾਲ ਕਰ ਪਾਏਗਾ। ਪਰ ਜੇ ਅੱਜ ਉਹ ਤੁਹਾਨੂੰ ਹੀ ਸਵਾਲ ਕਰਨ ਤੋਂ ਡਰ ਗਿਆ, ਤੁਹਾਨੂੰ ਹੀ ਸਵਾਲ ਨਹੀਂ ਕਰ ਸਕਦਾ, ਉਹਨੇ ਹੁਕਮਰਾਨ ਨੂੰ ਕਿੱਥੋਂ ਕਰਨਾ। ਸੋ ਜਦ ਤੁਸੀਂ ਸਵਾਲ ਕਰਨ ਤੋਂ ਰੋਕ ਦਿਓ, ਇਹ ਜਿਹੜਾ ਸਾਰਾ ਮਰਿਆਦਾ ਦੇ ਨਾਂ ਤੇ ਕਰਿਆ ਜਾ ਰਿਹਾ ਹੈ, ਇਹ ਸਵਾਲ ਕਰਨ ਤੋਂ ਰੋਕਣ ਦਾ ਤਰੀਕਾ ਹੈ। ਮੈਂ ਇੱਕ ਵਾਰੀ ਦੇਖਿਆ, ਇੱਕ ਹਾਈ ਕੋਰਟ ਨੇ ਕਮੇਟੀ ਬਣਾਈ ਹੋਈ ਸੀ, ਮਾਨਯੋਗ ਨੇ, ਜੱਜ ਸਾਹਿਬ ਜਸਟਿਸ ਸਿੰਘ ਉਹਦੇ ਚੇਅਰਮੈਨ ਸੀਗੇ, ਬਾਅਦ 'ਚ ਜਸਟਿਸ ਅਮਰਦੱਤ ਰਹੇ। ਉੱਥੇ ਇੱਕ ਸਕੂਲ ਵਾਲੇ, ਜਿਹਨੂੰ ਸੋ ਕਾਲਡ ਮਾਡਰਨ ਸਕੂਲ ਕਿਹਾ ਜਾਂਦਾ, ਉਹ ਆਏ। ਉਹ ਇੱਕ ਬੱਚੇ ਨੇ, ਕੋਈ ਟੀਚਰ ਪਹਿਲਾਂ ਉਹਨਾਂ ਨਾਲ ਸੀ, ਤਨਖਾਹ ਤਨਖਾਹ ਘੱਟ ਵੱਧ ਦਾ ਕਾਫੀ ਵੱਡਾ ਰੌਲਾ ਸੀ, ਤੇ ਉਹ ਬੱਚੇ ਨੇ ਕਿਤੇ ਕਹਿਤਾ ਵੀ ਉਸ ਟੀਚਰ ਨੂੰ ਵੀ ਹੁਣ ਤੁਸੀਂ ਫਿਰ ਪ੍ਰਸ਼ਾਸਨ ਨਾਲ ਰਲੋਗੇ, ਮੈਨੇਜਮੈਂਟ ਨਾਲ ਰਲੋਗੇ। ਤੇ ਉਹ ਸਾਡੇ ਕੋਲੇ ਸਾਹਮਣੇ ਪੇਸ਼ ਹੋ ਕੇ ਪ੍ਰਿੰਸੀਪਲ ਕਹਿ ਰਹੀ ਹੈ ਵੀ ਦੇਖੋ ਜੀ ਇਹਨਾਂ ਦੇ ਬੱਚੇ ਨੂੰ ਤਾਂ ਇੰਨੀ ਅਕਲ ਨਹੀਂ, ਉਹ ਆਪਦੀ ਟੀਚਰ ਨੂੰ ਇਹ ਕਹਿ ਰਿਹਾ ਵੀ ਤੂੰ ਹੁਣ ਪ੍ਰਿੰਸੀਪਲ ਨਾਲ ਰਲ ਗਏ। ਦੱਸੋ ਇਹ ਕਹਿਣਾ ਇਹ ਕਿੱਡਾ ਕੁ ਗੁਨਾਹ ਹੈਗਾ। ਸੋ ਮੈਂ ਤਾਂ ਕਹਿਣਾ ਵੀ ਅਸੀਂ ਇੱਕ ਹੱਦ ਤੋਂ ਵੱਧਦੇ ਹਾਂ। ਜਦ ਅਸੀਂ ਠੀਕ ਹੈ, ਸਦਨ ਨੇ ਆਪੇ ਕਰਨਾ ਹੈ, ਸਦਨ ਦੀ ਆਪਦੀ ਮਰਿਆਦਾ ਹੈ, ਸਪੀਕਰ ਸਾਹਿਬ ਦਾ ਆਪਦਾ ਇੱਕ ਹੱਕ ਹੈ, ਉਹਨੂੰ ਜਿਨ੍ਹਾਂ ਨੇ ਵਿਰੋਧ ਕਰਨਾ ਉਹ ਕਰ ਵੀ ਰਹੇ ਨੇ, ਪਰ ਜਦ ਅੱਗ ਬਲਣੀ ਸ਼ੁਰੂ ਹੋਵੇ ਨਾ, ਉਹ ਕੋਠੇ ਚੜ੍ਹ ਕੇ ਨੱਚਦੀ ਹੈ। ਫਿਰ ਉਹਨੂੰ ਤੁਸੀਂ ਰੋਕ ਨਹੀਂ ਸਕਦੇ। ਤੁਸੀਂ ਇਹ ਕਹਿ ਕੇ ਕਿ ਨਹੀਂ ਜੀ ਹੁਣ ਤੁਸੀਂ ਦੇਖੋ, ਆਪਾਂ ਜੇ ਮੋਟੇ ਤੌਰ ਤੇ ਦੇਖੀਏ, ਅੱਜ ਕਿੰਨਾ ਕੁ ਧਮਕ ਰੱਖਦੇ ਨੇ ਕੋਈ ਵੀ, ਕਿਸੇ ਵੀ ਪਾਸੇ ਜਾ ਰਹੋ, ਚਾਹੇ ਕੋਈ ਕਲਾਇੰਟ ਹੈ, ਚਾਹੇ ਕੋਈ ਉੱਤੇ ਅਧਿਕਾਰੀ ਬੈਠਾ, ਚਾਹੇ ਕੋਈ ਉਹ ਤੋਂ ਕੰਮ ਕਰਾਉਣ ਵਾਲਾ ਹੈ, ਦੋਨਾਂ 'ਚ ਧਮਕ ਤਾਂ ਰਿਹਾ ਨਹੀਂ। ਕਿਉਂ ਨਹੀਂ ਰਿਹਾ? ਕਿਉਂਕਿ ਪਹਿਲਾਂ ਅਧਿਕਾਰੀਆਂ ਨੇ ਆਪਦੀ ਮਰਿਆਦਾ ਛੱਡਤੀ। ਬਿਲਕੁਲ। ਜੇ ਜਿਹੜਾ ਉਤਲੀ ਕੁਰਸੀ ਤੇ ਹੈ ਪਰਮਿੰਦਰ ਜੀ, ਉਹ ਪਹਿਲਾਂ ਆਪਦੀ ਮਰਿਆਦਾ ਰੱਖੇ ਤਾਂ ਸਾਹਮਣੇ ਵਾਲਾ ਰੱਖੂਗਾ। ਜਦੋਂ ਉਹਨੇ ਮਰਿਆਦਾ ਛੱਡਤੀ, ਉਹਦੇ 20 ਗੇੜੇ ਲਵਾ ਲਏ, ਉਹਨੂੰ ਚੱਕਰ ਲਵਾਈ ਜਾਂਦੇ ਨੇ, ਉਹਦੀ ਗੱਲ ਹੀ ਨਹੀਂ ਸੁਣਦੇ, ਫਿਰ ਉਹ ਕਈ ਵਾਰ ਰੱਖ ਕੇ ਕੁਝ ਬੋਲ ਵੀ ਦਿੰਦਾ। ਇਹੀ ਹਾਲ ਇਹਨਾਂ ਨੇ ਕਰਿਆ ਇੱਥੇ ਲੋਕ ਸਭਾ 'ਚ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇਹਨਾਂ ਨੇ ਜੋ ਕਰਿਆ, ਸੁਮਿਤਰਾ ਮਹਾਜਨ ਜੀ ਸਪੀਕਰ ਸੀਗੇ, ਉਹਨਾਂ ਨੇ ਪਿਛਲੀ ਲੋਕ ਸਭਾ ਦੀ ਗੱਲ ਹੈ, 45 ਸੀਗੇ ਕਾਂਗਰਸ ਦੇ, ਤੇ 45 ਦੇ 45 ਸਸਪੈਂਡ ਕਰਤੇ ਲੋਕ ਸਭਾ 'ਚ ਜੀ। ਤੇ ਇੱਕ ਚੈਨਲ ਤੇ ਬਹਿਸ ਹੋ ਰਹੀ ਸੀ। ਮੈਂ ਕਿਹਾ ਵੀ ਠੀਕ ਹੈ, ਸਪੀਕਰ ਮੋਦੇ ਨੇ, ਬੜੇ ਉੱਚੇ ਅਹੁਦੇ ਤੇ ਨੇ, ਉਹ ਕੁਝ ਵੀ ਕਰ ਸਕਦੇ ਨੇ, ਉਹਨਾਂ ਕੋਲ ਪਾਵਰ ਹੈ, ਪਰ ਜਿੱਡੇ ਉੱਚੇ ਉਹਦੇ ਤੇ ਤੁਸੀਂ ਜਾਂਦੇ ਹੋ, ਓਨਾ ਹੀ ਤੁਸੀਂ ਇੰਨੇ ਸਿਆਣੇ ਬਣ ਜਾਂਦੇ ਹੋ ਵੀ ਜੇ ਇਹ ਮੰਨ ਲਿਆ ਇਹਦਾ ਕਸੂਰ ਵੀ ਹੈ, ਮੈਂ ਤਾਂ ਵੀ ਇਹਦੇ ਉੱਤੇ ਕੋਈ ਐਕਸ਼ਨ ਨਹੀਂ ਲੈਣਾ। ਇਹ ਗੱਲ ਵਾਸਤੇ ਬਹੁਤ ਜ਼ਿਆਦਾ ਸਿਆਣਪ ਦੀ ਲੋੜ ਹੁੰਦੀ ਹੈ। ਬਿਲਕੁਲ। ਅਸੀਂ ਕਈ ਵਾਰੀ ਕਹਿੰਦੇ ਹਾਂ ਪ੍ਰਸ਼ਾਸਨ 'ਚ
ਵੀ ਕਿਸੇ ਤੇ ਕਾਰਵਾਈ ਕਿਵੇਂ ਕਰਨੀ ਹੈ, ਇਹ ਪਹਿਲੇ 10 ਸਾਲ 'ਚ ਬੰਦਾ ਸਮਝ ਜਾਂਦਾ ਵੀ ਇਹਨੂੰ ਸਜ਼ਾ ਦੇਣੀ ਹੈ ਯਾਰ। ਅਗਲੇ 10 ਸਾਲ 'ਚ ਉਹ ਸਮਝਦਾ ਹੈ ਕਿ ਸਜ਼ਾ ਕਿਵੇਂ ਦੇਣੀ ਹੈ। ਉਦੋਂ ਅਗਲੇ 10 ਸਾਲ 'ਚ ਸਮਝਦਾ ਹੈ ਵੀ ਜੇ ਇਹਦਾ ਕਸੂਰ ਵੀ ਹੋਵੇ ਤਾਂ ਵੀ ਸਜ਼ਾ ਕਾਦਰ ਨਹੀਂ ਦੇਣੀ। ਸੋ ਸਪੀਕਰ ਸਾਹਿਬ ਦੀ ਜਿਵੇਂ ਕੁਰਸੀ ਹੁੰਦੀ ਆ, ਹੁਣ ਵੀ ਤਾਂ ਇਹ ਸਪੀਕਰ ਸਾਹਿਬ ਦੇ ਸਵਾਲ ਹੈ, ਉਦੋਂ ਇਹ ਸਮਝਣ ਦੀ ਲੋੜ ਹੁੰਦੀ ਆ ਇਹੀ ਜੀ ਕੁਰਸੀ ਤੇ ਕਿ ਅਸੀਂ ਕਿਹੜੀ ਗੱਲ ਨਹੀਂ ਕਰਨੀ, ਕਿਹੜੀ ਕਰਨੀ ਹੈ ਠੀਕ ਹੈ, ਕਿਹੜੀ ਨਹੀਂ ਕਰਨੀ। ਉਹ ਇਹ ਨਹੀਂ ਕਰਨ ਵਾਲੀ ਗੱਲ 'ਚ ਸੀਗਾ ਕਿ ਇਹਨਾਂ ਨੂੰ, ਜੇ ਅੱਜ ਅਸੀਂ ਦੇਸ਼ ਨੂੰ, ਜੇ ਦੇਸ਼ 'ਚ ਤੁਸੀਂ ਇੱਦਾਂ ਲੋਕ ਇਕੱਠੇ ਕਰੀ ਜਾਓਗੇ ਜਿਨ੍ਹਾਂ ਦੇ ਮੂੰਹ 'ਚ ਜ਼ਬਾਨ ਨਹੀਂ ਹੋਏਗੀ, ਪਹਿਲਾਂ ਵੀ ਸਾਨੂੰ ਪਤਾ ਇਹੀ ਮੰਦਰਾਂ ਮਸਜਿਦਾਂ ਦੇ ਨਾਲ ਅਸੀਂ ਸਾਰੇ ਉਸੇ ਮੰਦਰ ਦੀ ਗੱਲ ਸੁਣਦੇ ਹਾਂ ਜਿੱਥੇ ਕਹਿੰਦੇ ਮੂਰਤੀ ਤਾਂ ਜੀ ਲਟਕਦੀ ਸੀ ਤੇ ਵਿਦੇਸ਼ੀਆਂ ਨੇ ਆ ਕੇ ਫਿਰ ਉਹ ਮੂਰਤੀ ਦਾ ਵੀ ਸਭ ਕੁਝ ਕਿਸੇ ਨੇ ਦੇਖਿਆ ਨਹੀਂ ਵੀ ਇਹਦੇ ਪਿੱਛੇ ਵਿਗਿਆਨ ਕੀ ਹੈ। ਸੋ ਜੇ ਅਸੀਂ ਸੋਮਨਾਥ ਦੇ ਮੰਦਰ ਵਾਲੀ ਕਹਾਣੀ ਨੂੰ ਮੁੜ ਰਿਪੀਟ ਕਰਾਂਗੇ, ਜੇ ਅਸੀਂ ਉਸੇ ਤਰ੍ਹਾਂ ਲੈ ਕੇ ਜਾਵਾਂਗੇ ਤਾਂ ਮੁੜ ਕੇ ਜਿਵੇਂ ਸ਼ਾਕ ਹੁਣ ਤੇ ਗੁਲਾਮਾ ਬੰਸ ਤੇ ਮੁਗਲ ਤੇ ਅੰਗਰੇਜ਼ ਆਏ ਸੀ, ਮੈਨੂੰ ਲੱਗਦਾ ਅਸੀਂ ਉਸੇ ਪਾਸੇ ਨੂੰ ਰਸਤਾ ਖੋਲ ਰਹੇ ਹਾਂ ਕਿ ਵੀ ਆ ਜਾਓ ਫਿਰ, ਕਿਉਂਕਿ ਅਸੀਂ ਉਹ ਜਿਹੜੇ ਯੋਧੇ ਨੇ, ਜਿਹੜੇ ਬਹਾਦਰ ਨੇ, ਜਿਹੜੇ ਕਿਸੇ ਮੈਂ ਪਤਾ ਨਹੀਂ ਕਿਉਂ ਮੈਨੂੰ ਇਹ ਵੀ ਲੱਗਦਾ ਹੁੰਦਾ ਹੈ ਵੀ ਜਿਹੜਾ ਬੰਦਾ ਕਿਸੇ ਦੇ ਸਾਹਮਣੇ ਬੋਲ ਹੀ ਨਹੀਂ ਸਕਦਾ, ਭਾਸ਼ਾ ਦਾ ਧਮਰ ਰੱਖਦੇ ਹੋਏ ਵੀ, ਜਿਹੜਾ ਕਿਸੇ ਦੇ ਸਾਹਮਣੇ ਜ਼ਬਾਨ ਹੀ ਨਹੀਂ ਖੋਲ ਸਕਦਾ ਯਾਰ, ਉਹ ਲੜੂ ਕੀ, ਉਹ ਹੱਕ ਕਿਸੇ ਦੇ ਕੀ ਦਵਾਊਗਾ ਜਿਹੜਾ ਆਪਦੇ ਹੱਕ ਨਹੀਂ। ਮੈਂ ਐਮਐਲਏ ਬਾਰੇ ਕਿਹਾ ਸੀ ਵੀ ਜਿਹੜੇ ਖੁਦ ਹੀ ਜਰਗਮਾਲ ਬਣੀ ਜਾਂਦੇ ਨੇ ਉਹ ਲੋਕਾਂ ਨੂੰ ਕਿਵੇਂ ਬਚਾਉਣਗੇ ਜਰਗਮਾਲ ਬਣਨ ਤੋਂ। ਸੋ ਇਸ ਕਰਕੇ ਸਾਨੂੰ ਗੱਲ ਨੂੰ ਖਤਮ ਕਰਦੇ ਹੋਏ ਮੈਂ ਕਹਾਂਗਾ, ਜੇ ਕੋਈ ਤੁਹਾਡਾ ਸਵਾਲ ਹੋਇਆ ਤਾਂ ਜਵਾਬ ਦੇਵਾਂਗਾ ਕਿ ਇਹ ਜਿਹੜਾ ਕਰਿਆ ਇਹ ਗਲਤ ਕਰਿਆ, ਪਰ ਇੱਕ ਚੰਗੀ ਗੱਲ ਹੋਈ ਹੈ, ਉਹ ਇਹ ਹੋਈ ਹੈ ਕਿ ਸਾਰੀਆਂ ਪਾਰਟੀਆਂ ਨੇ, ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਉਹਨਾਂ ਨੇ ਵਾਢੋਂ ਲਾ ਇਸ ਨੂੰ, ਬੀਐਸਪੀ ਨੇ ਵੀ, ਜਿਹਦੇ ਬਾਰੇ ਕਿਹਾ ਜਾਂਦਾ ਨਾ ਕਈ ਵਾਰੀ ਵੀ ਇਹ ਕਈ ਵਾਰੀ ਵੀ ਉਹਨਾਂ ਦੇ ਕਿਸੇ ਦੀ ਬੀਜੇਪੀ ਨੂੰ ਵੀ ਧਿਆਨ ਰੱਖਦੇ ਨੇ, ਸਾਰੀਆਂ ਪਾਰਟੀਆਂ ਨੇ ਇਹਦਾ ਵਿਰੋਧ ਕਰਿਆ। ਔਰ ਓਮ ਬਿਰਲਾ ਜੀ ਨੂੰ ਜਿਵੇਂ ਤੁਸੀਂ ਦੱਸਿਆ ਕਹਿਣਾ ਪਿਆ ਕਿ ਨਹੀਂ ਕੋਈ ਅਸੀਂ ਐਸੀ ਗੱਲ ਨਹੀਂ ਕਰ ਰਹੇ, ਤੇ ਐਡੀਟੋਰੀਅਲ ਵੀ ਲੱਗੇ ਨੇ ਅਖਬਾਰਾਂ 'ਚ। ਸੋ ਮੈਨੂੰ ਐਂ ਲੱਗਦਾ ਹੈ ਵੀ ਅਜੇ ਸਾਡਾ ਜਿਹੜਾ ਲੋਕਤੰਤਰ ਹੈ ਉਹਦੀ ਇੰਨੀ ਦੁਰਗਤੀ ਨਹੀਂ ਹੋਈ ਜਿੰਨੀ ਸ਼ਾਇਦ ਕਈ ਵਾਰੀ ਅਸੀਂ ਸਮਝਣ ਲੱਗ ਜਾਂਦੇ ਹਾਂ। ਕਿਤੇ ਨਾ ਕਿਤੇ ਅਜੇ ਹੈਗੀ ਹੈ, ਕਾਰਨ ਵੀ ਬੋਲਦੇ ਨੇ ਲੋਕ। ਬਿਲਕੁਲ, ਇੱਕ 2 ਮਿੰਟ ਦਾ ਮੈਂ ਤੁਹਾਡਾ ਸਮਾਂ ਹੋਰ ਲਵਾਂਗਾ ਜੀ। ਜਿੱਦਾਂ ਡਾਕਟਰ ਸਾਹਿਬ, ਸ਼ਬਦ ਹੁੰਦੇ ਨੇ, ਵਿਰੋਧ ਜ਼ਾਹਰ ਕਰਨ ਲਈ ਜ਼ਰੂਰੀ ਤਾਂ ਨਹੀਂ ਕੋਈ ਲੜਿਆ ਜਾਵੇ, ਉੱਥੇ ਜਾ ਕੇ ਹੱਥੋਂ ਪਾਈ ਹੋਈ ਜਾਵੇ, ਤੇ ਕੁਝ ਸ਼ਬਦ ਏਦਾਂ ਦੇ ਹੁੰਦੇ ਨੇ ਜਿਹੜੇ ਗੈਰ ਆਪਾਂ ਸੱਭਿਅਕ ਕਹਿ ਸਕਦੇ ਹਾਂ, ਸੱਭਿਅਕ ਨਹੀਂ ਅਸੱਭਿਅਕ ਹੁੰਦੇ ਨੇ ਜਿਹੜੇ ਸ਼ਬਦ, ਉਹਨਾਂ ਤੇ ਤਾਂ ਪਾਬੰਦੀ ਹੁੰਦੀ ਹੈ। ਜਿਵੇਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਤੁਸੀਂ ਦੇਖੋ ਗਾਲੀ ਗਲੋਚ ਵੀ ਹੋਇਆ ਸੀਗਾ, ਇੱਕ ਦੂਜੇ ਨੂੰ ਗਾਲਾਂ ਹੀ ਕੱਢਣ ਲੱਗ ਗਏ ਸੀ। ਅਜਿਹੇ ਸ਼ਬਦਾਂ ਦੀ ਤਾਂ ਪਾਬੰਦੀ ਚਲੋ ਹੋਣੀ ਚਾਹੀਦੀ ਹੈ, ਪਰ ਜਿਹੜਾ ਵਿਰੋਧ ਜ਼ਾਹਰ ਕਰਨ ਲਈ ਸ਼ਬਦ ਹੁੰਦੇ ਨੇ, ਆਪਾਂ ਹੁਣ ਇੱਕ ਧੰਦਾ ਸ਼ਬਦ ਦੇਖਿਆ ਆਪਾਂ ਨੇ, ਧੰਦਾ ਸ਼ਬਦ ਹੁੰਦਾ ਜੀ, ਇਹਦੇ ਵਿੱਚ ਵੀ ਧੰਦਾ ਹੁੰਦਾ, ਉਹ ਸ਼ਬਦ ਹੈ ਤਾਂ ਕੰਮ ਕਾਜ ਨਾਲ ਜੁੜਿਆ ਹੈ, ਪ੍ਰੋਫੈਸ਼ਨ ਨਾਲ, ਪੇਸ਼ੇ ਨਾਲ ਜੁੜਿਆ ਹੋਇਆ, ਪਰ ਲੇਕਿਨ ਉਹ ਕਈ ਵਾਰ ਐਂ ਲੱਗਦਾ ਕਿ ਗੈਰ ਸੱਭਿਅਕ ਅਸੱਭਿਅਕ ਸ਼ਬਦ ਹੈ ਇਹ। ਆਪਾਂ ਬੋਲ ਦਿੰਦੇ ਆ ਵੀ ਧੰਦਾ ਕਰਦਾ, ਇਹ ਕਰਦਾ, ਉਹ ਕਰਦਾ, ਇਹਦੇ ਧੰਦੇ ਐਸੇ ਨੇ, ਜਾਣੀ ਕਿ ਉਹ ਲੱਗਦਾ ਕਿ ਇਹ ਸਾਨੂੰ ਵਰਤਣਾ ਨਹੀਂ ਚਾਹੀਦਾ ਸੀ। ਪਰ ਜੇ ਉਹਦੇ ਪਿਛੋਕੜ 'ਚ ਜਾਈਏ ਤਾਂ ਪੁਰਾਣੇ ਬਜ਼ੁਰਗ ਆਪਾਂ ਦੇਖਿਆ ਪੁੱਛਦੇ ਹੀ ਹੁੰਦੇ ਸੀ ਵੀ ਕੀ ਕੰਮ ਧੰਦਾ ਕਰਦਾ ਤੂੰ, ਧੰਦਾ ਕੀ ਹੈ ਤੇਰਾ। ਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਵਿਰੋਧ ਜ਼ਾਹਰ ਕਰਨ ਦੇ ਵੇਲੇ ਸੰਸਦ ਦੇ ਵੇਲੇ ਜੇ ਵਰਤ ਲਏ ਜਾਂਦੇ ਨੇ ਸ਼ਬਦ, ਤਾਂ ਜਿਵੇਂ ਬਿਰਲਾ ਜੀ ਨੇ ਕਿਹਾ ਕਿ ਸੂਚੀ ਤਾਂ 1959 ਤੋਂ ਜਾਰੀ ਹੁੰਦੀ ਆਈ ਹੈ, 10 ਚ ਵੀ ਹੋਈ ਸੀ, ਹਰ ਸਾਲ ਹੋਈ ਹੈ, ਕੋਲਾ ਚੋਰ ਦਾ ਵੀ ਵਰਡ ਦੇ ਵਿੱਚ ਆਇਆ, ਉਹਨਾਂ ਨੇ ਵੀ ਓਦਾਂ ਦੇ ਸ਼ਬਦ ਵੀ ਉਸ ਸੂਚੀ 'ਚ ਪਾਏ ਗਏ ਸੀਗੇ। ਤੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਜੇ ਇਹ ਸ਼ਬਦਾਂ ਦੀ ਸੂਚੀ, ਜਿੱਦਾਂ ਤੁਸੀਂ ਕਿਹਾ ਹੀ ਹੈ ਕਿ ਕਿਤਾਬ 'ਚ ਜਾਰੀ ਕਰਨ ਦੀ ਕੀ ਲੋੜ, ਤੁਹਾਨੂੰ ਲੱਗਦਾ ਕਿ ਜੇ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਕਿਤਾਬ 'ਚ ਜਾਰੀ ਹੁੰਦੇ ਰਹੇ ਤੇ ਉਹਨਾਂ ਨੂੰ ਬੋਲਣ ਤੋਂ ਅੱਗੇ ਪਾਬੰਦੀਆਂ ਵੀ ਲੱਗ ਜਾਣਗੀਆਂ, ਸਪੀਕਰ ਕਹਿ ਦਿਆ ਕਰੂਗਾ ਤੂੰ ਆਹ ਗੈਰ ਸੰਸਦੀ ਸ਼ਬਦ ਵਰਤਦਾ ਭਵਿੱਖ ਦੇ ਵਿੱਚ, ਤੇ ਉਹਨਾਂ ਨੂੰ ਬਿਠਾ ਦਿਆ ਜਾਊਗਾ, ਲੋਕ ਆਵਾਜ਼ ਬੰਦ ਹੋ ਜੂਗੀ, ਲੋਕਾਂ ਦੀ ਆਵਾਜ਼ ਚੱਕਣ ਵਾਲੇ ਗਰੇਜ ਕਰਿਆ ਕਰਨਗੇ, ਵਿਰੋਧ ਨਹੀਂ ਕਰਿਆ ਕਰਨਗੇ। ਤਾਂ ਤੁਹਾਨੂੰ ਲੱਗਦਾ ਕਿ ਲੋਕਤੰਤਰ ਜਿਹੜਾ ਹੁਣ ਕਿਸੇ ਹੋਰ ਲੀਹ ਤੇ ਚੱਲ ਰਿਹਾ, ਕਿਸੇ ਹੋਰ ਪਾਸੇ ਲਿਜਾਇਆ ਜਾ ਰਿਹਾ, ਉਸਨੂੰ ਧੱਕੇ ਨਾਲ ਸਿਰਫ ਵੋਟ ਕਰਕੇ ਹੀ ਲੋਕਤੰਤਰ ਕਿਹਾ ਜਾਣ ਲੱਗ ਜੂਗਾ ਆਉਣ ਵਾਲੇ ਸਮੇਂ 'ਚ? ਨਹੀਂ, ਗੱਲ ਤਾਂ ਤੁਹਾਡੀ ਠੀਕ ਹੈ ਵੀ ਉਸ ਪਾਸੇ ਨੂੰ ਲਿਜਾਣ ਦੀ ਕੋਸ਼ਿਸ਼ ਹੋ ਰਹੀ ਹੈ, ਪੂਰਾ ਜ਼ੋਰ ਲੱਗ ਰਿਹਾ ਹੈ, ਤੇ ਪਰ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇੱਕ ਆਰਥਿਕ ਸੰਕਟ ਆ ਰਿਹਾ ਜਿਹੜਾ ਸੋਲਵ ਨਹੀਂ ਹੋ ਰਿਹਾ। ਇਹ ਸਾਰਾ ਕੁਝ ਵੇਚ ਰਹੇ ਨੇ, ਇਹਨਾਂ ਜੋ ਮੈਂ ਕਰਜ਼ਾ ਭਾਰਤ ਜੋ ਮੈਂ ਇੰਨਾ ਚੜ ਰਿਹਾ ਹੈ, ਇਹਨਾਂ ਨੂੰ ਕਰਜ਼ਾ ਮਿਲਣਾ ਬੰਦ ਹੋ ਜਾਣਾ ਇੱਕ ਸਟੇਜ ਤੇ ਆ ਕੇ, ਮੈਂ ਤੁਹਾਨੂੰ ਅੱਜ ਦੱਸ ਦਿੰਦਾ। ਕਿਉਂਕਿ ਜਦ ਤੁਹਾਡੇ ਆਪਦੇ ਸਰੋਤ ਤੁਸੀਂ ਸਭ ਕੁਝ ਹੀ ਵੇਚਦਾ ਆਪਦਾ, ਫਿਰ ਇਹ ਕੀ ਜਾਂਦਾ। ਮੈਂ ਬਹੁਤ ਸਾਰੇ ਐਸੇ ਦੇਖੇ ਨੇ ਲੋਕ ਜਿਹੜੇ ਘਰ ਦੇ ਬੂਹੇ ਬਾਰੀਆਂ ਪੱਟ ਕੇ ਵੀ ਫਿਰ ਵੇਚਣਾ ਸ਼ੁਰੂ ਕਰ ਦਿੰਦੇ ਨੇ। ਇਹ ਹੁਣ ਆਹ ਜਿਹੜੀ ਲੋਕਾਂ ਦੀ ਜ਼ਮੀਨ ਜੰਗਲ ਹੋਰ ਦੇ ਨੇ, ਇਹ ਸਾਰਾ ਕੁਝ ਬੂਹੇ ਬਾਰੀਆਂ ਪੱਟਣ ਦੇ ਬਰਾਬਰ ਹੀ ਹੈ।
ਤੇ ਬਾਕੀ ਤਾਂ ਸਭ ਕੁਝ ਵੇਚ ਹੀ ਦਿੱਤਾ। ਸੋ ਇਹੀ ਜੀ ਗੱਲ ਦੇ ਵਿੱਚ ਜਿਹੜਾ ਸੰਸਦ ਦੇ ਵਿੱਚ ਬੋਲਣਾ ਰੋਕਣਾ ਹੈ, ਇਹੀ ਜੀ ਗੱਲ ਦੇ ਵਿੱਚ ਬਲਕਿ ਜ਼ਿਆਦਾ ਬੋਲਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਕਈ ਵਾਰ ਸ਼ਬਦਾਂ ਦਾ ਬਹੁਤ ਜ਼ਿਆਦਾ ਜਿਹਨੂੰ ਆਪਾਂ ਕਹਿੰਦੇ ਨਾ ਬਹੁਤ ਜ਼ਿਆਦਾ ਬੀਬਾ ਬਣਨਾ, ਕਈ ਜ਼ਿਆਦਾ ਉਹ ਵੀ ਨਹੀਂ ਹੈ। ਜਿਹੜੀ ਮੈਂ ਗੱਲ ਕਹਿਣਾ ਮਰਿਆਦਾ ਦੀ, ਇਹ ਠੀਕ ਹੈ ਵੀ ਗਾਲੀ ਗਲੋਚ ਨਹੀਂ ਕਰਨਾ ਚਾਹੀਦਾ, ਗਲਤ ਹੈ। ਜਿਹੜੇ ਕੱਢਦੇ ਨੇ ਉਹ ਮਾੜੀ ਗੱਲ ਹੈ, ਉਹਨਾਂ ਨੂੰ ਰੋਕਣ ਦਾ ਵੀ ਉੱਥੇ ਤਰੀਕਾ ਹੈਗਾ, ਪਰ ਇਹ ਉਹਨਾਂ ਦਾ ਆਪਦਾ ਅੰਦਰਲਾ ਮਾਮਲਾ ਹੈ। ਆਪਾਂ ਦੋ ਗੱਲਾਂ ਨੂੰ ਫਰਕ ਸਮਝ ਕੇ ਚੱਲੀਏ, ਇੱਕ ਹੈਗਾ ਪਬਲਿਕ ਦੇ ਸਾਹਮਣੇ, ਇੱਕ ਹੈਗਾ ਉਹਨਾਂ ਦੇ ਅੰਦਰਲਾ। ਅੰਦਰ ਉਹ ਕਿਵੇਂ ਉਹਨੂੰ ਕੰਟਰੋਲ ਕਰਦੇ ਨੇ ਇਹ ਉਹ ਸਦਨ ਵਾਲੇ ਜਾਣਨ, ਪਰ ਅਸੀਂ ਇਹ ਜ਼ਰੂਰ ਕਹਾਂਗੇ ਕਿ ਜੇ ਬੋਲਣ ਦੇ ਸ਼ਬਦਾਂ ਦੇ ਉੱਤੇ ਪਾਬੰਦੀ ਲਾਈ ਜਾਂਦੀ ਹੈ ਗਿਣ ਗਿਣ ਕੇ, ਔਰ ਉਹ ਵੀ ਇੱਕ ਧਿਰ ਦੇ ਉੱਤੇ, ਤਾਂ ਇਹ ਲੋਕਤੰਤਰ ਦੇ ਉੱਤੇ ਹਮਲਾ ਹੈਗਾ। ਦੂਜੀ ਗੱਲ, ਜੇ ਤੁਸੀਂ ਇਦਾਂ ਦੀਆਂ ਪਾਬੰਦੀਆਂ ਲਾਈ ਜਾਵੋਗੇ ਜਿਵੇਂ ਤੁਸੀਂ ਸਹੀ ਬਿਆਨ ਕਰਿਆ, ਫਿਰ ਤੁਹਾਡਾ ਲੋਕਤੰਤਰ ਛੱਡੋ, ਤੁਹਾਡਾ ਬਚਣਾ ਹੀ ਨਹੀਂ ਹੈ ਮੁਲਕ। ਮੁਲਕ ਤਾਂ ਬਚਾਉਣਾ ਹੈ ਨਾ, ਮੁਲਕ ਤਾਂ ਬੀਜੇਪੀ ਵੀ ਖਰਾਬ ਨਹੀਂ ਕਰਨਾ ਚਾਹੁੰਦੀ, ਰਾਜ ਕਿੱਥੇ ਕਰੂਗੀ? ਜੇ ਮੁਲਕ ਹੀ ਨਾ ਰਿਹਾ ਤਾਂ ਰਾਜ ਕਿੱਥੇ ਕਰੂਗੀ? ਸੋ ਇਸ ਕਰਕੇ ਮੁਲਕ ਬਚਾਉਣਾ ਤਾਂ ਬੀਜੇਪੀ ਦੀ ਵੀ ਲੋੜ ਹੈ, ਮੁਲਕ ਬਚਾਉਣਾ ਵਿਰੋਧੀ ਧਿਰ ਦੀ ਵੀ ਲੋੜ ਹੈ। ਉਹ ਵਿਰੋਧੀ ਧਿਰ ਦਾ ਰੋਲ ਕਿਵੇਂ ਨਿਭਾਏਗੀ ਜੇ ਮੁਲਕ ਹੀ ਨਾ ਬਚਿਆ? ਤੇ ਇਸ ਕਰਕੇ ਇਸ ਨੂੰ ਬਚਾਉਣ ਵਾਸਤੇ ਲੋਕਾਂ ਨੂੰ ਜਿਹੜੀ ਹਾਲਤ ਅੱਜ ਹੋਈ ਜਾ ਰਹੀ ਹੈ, ਫਿਰ ਮੈਂ ਦੁਬਾਰਾ ਕਹਿਣਾ ਪਰਮਿੰਦਰ ਜੀ ਤੁਹਾਨੂੰ, ਇੱਕ ਪੰਜਾਬੀ ਚ ਆਮ ਕਹਿੰਦੇ ਨੇ ਵੀ ਧਾਈਂਦਾ ਤਾਂ ਲੋਹਾ ਵੀ ਢਹਿ ਜਾਂਦਾ। ਹੁਣ ਲੋਕ ਇੰਨੇ ਦੁਖੀ ਹੋ ਗਏ ਨੇ, ਇੰਨੇ ਅੱਕ ਗਏ ਨੇ ਵੀ ਲੋਕ ਨਾ ਮਿੰਟ ਚ ਦੀ ਅੱਗ ਬਬੂਲ ਹੋ ਜਾਂਦੇ ਨੇ। ਇਹ ਜਿਹੜੇ ਲੋਕ ਅੱਕੇ ਨੇ, ਇਹ ਅਕਾਏ ਨੇ ਜਿਹੜੇ ਅਸੀਂ, ਸਾਡੀ ਪੀੜ੍ਹੀ ਹੈ ਜਿਹੜੀ, ਤੁਸੀਂ ਯੰਗਰ ਜਨਰੇਸ਼ਨ ਦੇ ਹੋ, ਸਾਡੀ ਪੀੜ੍ਹੀ ਨੇ ਉਹ ਕੰਮ ਨਹੀਂ ਕਰਿਆ ਜਿਹੜਾ ਸਾਨੂੰ ਕਰਨਾ ਚਾਹੀਦਾ ਸੀ ਯੰਗਰ ਜਨਰੇਸ਼ਨ ਨੂੰ ਸਮਝਾਉਣ ਦਾ। ਸਿੱਖਿਆ ਅਸੀਂ ਖਰਾਬ ਕਰਤੀ, ਉਹਦੇ ਵਿੱਚ ਅਸੀਂ ਫੇਰ ਕੀ ਕਰਿਆ, ਅਸੀਂ ਤਰੀਕਾ ਇਹ ਵਰਤਿਆ ਵੀ ਹੁਣ ਇਹਨਾਂ ਦੇ ਪਾਬੰਦੀਆਂ ਲਾ ਦਿਓ। ਸਿਖਾਇਆ ਹੈ ਨਹੀਂ ਤੇ ਮੁੜ ਕੇ ਪਾਬੰਦੀਆਂ ਲਾਉਣੀਆਂ ਸ਼ੁਰੂ ਕਰਤੀਆਂ। ਜੇ ਅਸੀਂ ਠੀਕ ਸਿਖਾਇਆ ਹੁੰਦਾ, ਪਹਿਲਾਂ ਵੀ ਤਾਂ ਸੰਸਦ ਚੱਲਦੀ ਰਹੀ ਹੈ, ਵਾਜਪਾਈ ਸਾਹਿਬ ਬਥੇਰੇ ਉੱਥੇ ਕਵਿਤਾ ਸੁਣਾ ਕੇ ਤੇ ਬਥੇਰੇ ਵਿਅੰਗ ਲਾਉਂਦੇ ਸੀ। ਅੱਜ ਕੱਢ ਕੇ ਦੇਖ ਲਓ ਜਿੰਨੇ ਪੁਰਾਣੇ ਜਿਹੜੇ ਬੋਲਦੇ ਸੀ, ਉਦੋਂ ਤੁਹਾਨੂੰ ਪਤਾ ਲੱਗ ਜੂਗਾ ਵੀ ਉਹ ਵੀ ਕਿਹੋ ਜਿਹੇ ਸ਼ਬਦ ਵਰਤਦੇ ਸੀ। ਸ਼ਬਦ ਜਿਹੜੇ ਸੱਭੇ ਸ਼ਬਦ ਨੇ, ਸੱਭੇ ਤੇ ਸੱਭੇ ਦੇ ਵਿੱਚ ਇੱਕ ਛੋਟੀ ਜਿਹੀ ਲਕੀਰ ਹੀ ਹੈ, ਜਿਵੇਂ ਮੈਂ ਪਹਿਲਾਂ ਹੀ ਕਿਹਾ ਵੀ ਲੜਦਿਆਂ ਦੇ ਮਿਹਨੇ ਤੇ ਗਾਉਂਦਿਆਂ ਦੀਆਂ ਸਿੱਠਣੀਆਂ। ਬਿਲਕੁਲ, ਇੱਕ ਲਕੀਰ ਬਹੁਤ ਧੁੰਦਲੀ ਹੈ, ਉਹ ਲਕੀਰ ਮਿਟਣ ਨਹੀਂ ਦੇਣੀ ਚਾਹੀਦੀ, ਇਹ 'ਚ ਮੈਨੂੰ ਕੋਈ ਦੋ ਰਾਏ ਨਹੀਂ ਹੈਗੀ, ਪਰ ਉਹ ਲਕੀਰ ਬਹੁਤ ਧੁੰਦਲੀ ਹੈ। ਤੁਸੀਂ ਕਦ ਕਹਿ ਦੇਣਾ, ਹੁਣ ਆਮ ਤੌਰ ਤੇ ਬਹਿਸ ਦੇ ਵਿੱਚ ਕੀ ਹੁੰਦਾ ਹੈ, ਜਿਹਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਉਹ ਕਹਿੰਦਾ ਨਹੀਂ ਜੀ ਮੈਨੂੰ ਪੁੱਠਾ ਬੋਲਿਆ, ਇਹ ਉੱਚਾ ਬੋਲਿਆ, ਇਹਦੇ ਸ਼ਬਦ ਮਾੜੇ ਨੇ। ਆਹ ਜਿਹੜੇ ਤੌਰ ਤਰੀਕਾ ਨਾ, ਜਦ ਤੁਹਾਡੇ ਕੋਲ ਜਵਾਬ ਕੋਈ ਹੈ ਨਹੀਂ, ਦਲੀਲ ਕੋਈ ਹੈ ਨਹੀਂ, ਤੱਥ ਕੋਈ ਹੈ ਨਹੀਂ, ਉਦੋਂ ਫਿਰ ਤੁਸੀਂ ਐਂ ਗੱਲ ਪੈਂਦੇ ਬੰਦੇ ਦੇ। ਇਹ ਮੈਂ ਇੱਕ ਵਾਰੀ ਨਹੀਂ ਦੇਖਿਆ, ਇਹ ਸੈਂਕੜੇ ਵਾਰੀ ਦੇਖਿਆ, ਇਹੀ ਕੁਛ ਇਹ ਕਰਦੇ ਨੇ। ਪਰ ਤੁਸੀਂ ਸਹੀ ਕਿਹਾ, ਮੈਂ ਇਸ ਗੱਲ ਦਾ ਬਹੁਤ ਕਦਰ ਕਰਦਾ ਜੋ ਤੁਸੀਂ ਕਿਹਾ, ਜਿੱਧਰ ਪਾਸੇ ਉਂਗਲ ਵੀ ਉਠਾਈ ਹੈ ਕਿ ਇਹ ਦੇਸ਼ ਨੇ ਬਚਣਾ ਨਹੀਂ ਹੈ, ਜਿਵੇਂ ਵੇਚਣ ਨੂੰ ਜਿੱਧਰ ਨੂੰ ਤੁਰੇ ਹੋਏ ਨੇ। ਜੇ ਸੰਸਦ ਪ੍ਰਣਾਲੀ ਜਿਹਦਾ ਨਾਮ ਇਹ ਕਹਿੰਦੇ ਨੇ ਵੀ ਸੰਸਦ ਰਹੂਗੀ, ਮੰਨ ਲਓ, ਮੈਂ ਇੱਕ ਲਾਸਟ ਗੱਲ ਪੁੱਛਦਾ, ਇਹ ਸਵਾਲ ਹੈ, ਇਹ ਸਾਰਿਆਂ ਵਾਸਤੇ ਸਵਾਲ ਹੈ, ਮੰਨ ਲਓ ਵੀ ਇਹ ਤਾਨਾਸ਼ਾਹੀ ਬਣ ਜਾਂਦੇ ਨੇ, ਚੋਣਾਂ ਵੀ ਬੰਦ ਕਰ ਦਿੰਦੇ, ਦੇਸ਼ ਤਾਂ ਚੱਲਣਾ ਨਾ ਫਿਰ ਵੀ। ਆਪਾਂ ਫਰਜ਼ ਕਰੋ ਜਿਵੇਂ ਲੋਕ ਦੋਸ਼ ਲਾਉਂਦੇ ਨੇ ਇਹਨਾਂ ਤੇ ਵੀ ਇਹ ਤਾਂ ਸੰਵਿਧਾਨ ਵੀ ਖਤਮ ਕਰ ਦੇਣਗੇ, ਦੇਸ਼ ਨੂੰ ਵੀ ਬਦਲ ਦੇਣਗੇ, ਤਾਂ ਮਨੂ ਸਿਮਰਤੀ ਨਾਲ ਚਲਾਉਣਗੇ। ਮਨੂ ਸਿਮਰਤੀ ਨਾਲ ਚੱਲਦਾ ਸਮਾਜ ਜਿਹੜਾ ਉਹ ਹਾਰਿਆ ਹੈ ਹਮੇਸ਼ਾ ਹੀ। ਉਹਦੀ ਕੋਈ ਜ਼ਮਾਨਾ ਸੀ ਜਦ ਮਨੂ ਸਿਮਰਤੀ ਨਾਲ ਚੱਲ ਸੀ, ਅੱਜ ਨਹੀਂ ਚੱਲ ਸਕਦਾ। ਮਨੂ ਸਿਮਰਤੀ ਦੇ ਸਹਾਰੇ, ਗਰਲ ਪ੍ਰਾਣ ਦੇ ਸਹਾਰੇ ਚਲਾਇਆ ਸਮਾਜ ਅੱਜ ਵੀ ਉਹ ਰਹੁ ਰੀਤਾਂ 'ਚ ਤਾਂ ਕੰਮ ਆ ਰਿਹਾ ਹੈ, ਉੱਥੇ ਅੱਜ ਵੀ ਉਹ ਚੱਲਦੀਆਂ ਨੇ ਜਿੰਨਾ ਮਰਜ਼ੀ ਉਹਦੇ ਵਿੱਚ ਹੈ। ਪਰ ਜੇ ਅਸੀਂ ਆਖੀਏ ਉਹ ਵਿਗਿਆਨ ਨੂੰ ਜਾਂ ਉੱਤੇ ਰਾਕਟ ਚਲਾਉਣ ਨੂੰ, ਜਾਂ ਫਿਰ ਅਸੀਂ ਕਹੀਏ ਬਿਮਾਰੀਆਂ ਦੇ ਕੰਟਰੋਲ ਨੂੰ, ਤੇ ਉਹ ਨਹੀਂ ਹੋਣਾ। ਭਾਵੇਂ ਕੋਈ ਕਲਸ ਯਾਤਰਾ ਕਰ ਲੇ, ਭਾਵੇਂ ਕੋਈ ਗੋਹਾ ਮਲ ਲੇ, ਕਰੋਨਾ ਨਹੀਂ ਠੀਕ ਹੋਣਾ। ਕਰੋਨਾ ਤਾਂ ਇਲਾਜ ਨਾਲ ਹੀ ਠੀਕ ਹੋਣਾ ਹੈ। ਸੋ ਇਸੇ ਤਰ੍ਹਾਂ ਹੀ ਸਾਡੇ ਪ੍ਰਜਾਤੰਤਰ ਨੂੰ, ਸਾਡੇ ਲੋਕਤੰਤਰ ਨੂੰ ਬਚਾਉਣ ਵਾਸਤੇ ਅੱਜ ਥੋੜ੍ਹੀ ਜਿਹੀ ਜ਼ਿਆਦਾ ਖੁੱਲ੍ਹ ਦੇਣ ਦੀ ਲੋੜ ਹੈ। ਇਹ ਤਾਂ ਜਿਹੜੀ ਮਿਲੀ ਹੋਈ ਉਹਨੂੰ ਵੀ ਘਟਾ ਰਹੇ ਨੇ, ਮੈਂ ਕਹਿੰਦਾ ਹੋਰ ਖੁੱਲ੍ਹ ਦੇਣੀ ਚਾਹੀਦੀ ਹੈ ਤੇ ਮਰਿਆਦਾ ਖੁਦ ਹੀ ਤੈਅ ਕਰ ਲੈਣੀ ਚਾਹੀਦੀ। ਜੀ ਬਿਲਕੁਲ, ਸ਼ੁਕਰੀਆ ਡਾਕਟਰ ਸਾਹਿਬ, ਤੁਹਾਡਾ ਧੰਨਵਾਦ। ਸ਼ੁਕਰੀਆ। ਸੋ ਇਹ ਸਨ ਸਾਡੇ ਨਾਲ ਡਾਕਟਰ ਪਿਆਰਾ ਲਾਲ ਗਰਗ ਜੀ, ਜਿਨ੍ਹਾਂ ਨੇ ਲੋਕਤੰਤਰ ਬਾਰੇ, ਗੈਰ ਸੰਸਦੀ ਸ਼ਬਦਾਂ ਬਾਰੇ ਖੁੱਲ੍ਹ ਕੇ ਵਿਚਾਰ ਪ੍ਰਗਟ ਕਰੇ ਆ। ਤੁਸੀਂ ਬਣੇ ਰਹੋ ਸਾਡੇ ਲੋਕਰਾਣ ਚੈਨਲ ਪੰਜਾਬੀ ਦੇ ਨਾਲ। ਧੰਨਵਾਦ।